ਤੇਗ ਬਹਾਦਰ ਸਿਮਰਿਐ, ਘਰ ਨਉ ਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ। ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਠੀਕਰ ਫੋਰ ਦਲੀਸ ਸਿਰ, ਪ੍ਰਭ ਪੁਰ ਕੀਆ ਭਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਸ਼੍ਰੀ ਨਾਨਕ ਪੁਰਸ਼ੋਤਮੰ, ਪਰਮ ਪਰਾਵਰ ਨਾਥ। ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੋਭ ਸਮਤ ਪ੍ਰਕਾਸਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਤੋਲ ਬਾਣਾ ਸਿੱਖ ਤਹੈਂ ਬ੍ਰਿਖਬ ਬ੍ਰਿੰਦ ਜਿਹ ਪਾਸ। ਗਿਣਤੀ ਬਿਖੈ 1010 ਨਿਕਟ ਰੱਖੈ ਗਨ ਦਾਸ। ਹੁਤੋਲ ਬਾਣਾ ਸਿੱਖ ਤਹੈਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ ਜਗ ਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਪਵਿੱਤਰ ਸਤ ਸੰਗਤ ਦਾ ਸੁਭਾਗ ਸਮਾਂ ਸਵਾਸਾਂ ਦੇ ਸਫਲ ਕਰਨ ਨੂੰ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਧਰਮ ਦੇ ਆਸਰਾ ਰੂਪ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਹਜ਼ੂਰ ਦਾ ਸ਼ਹੀਦੀ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੱਜ ਦੇ ਦਿਨ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਤਕਰੀਬਨ ਪਿਛਲੇ 2 ਦਿਨਾਂ ਤੋਂ ਹਜ਼ੂਰ ਦੀ ਪਵਿੱਤਰ ਸ਼ਹਾਦਤ ਦਾ ਪ੍ਰਸੰਗ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸੱਚੇ ਪਾਤਸ਼ਾਹ ਜੀ ਨੂੰ ਡਲਾਉਣ ਲਈ ਜ਼ਾਲਮ ਨੌਰੰਗੇ ਨੇ ਹਰੇਕ ਤਰ੍ਹਾਂ ਦਾ ਹੀਲਾ ਵਰਤਿਆ। ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹਜ਼ੂਰ ਦੇ ਪਿਆਰੇ ਸਿੱਖਾਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ। ਜੋ ਕੱਲ੍ਹ ਦਾ ਦਿਨ ਲੰਘਿਆ, ਦੀਵਾਨ ਮਤੀ ਦਾਸ ਸਾਹਿਬ ਜੀ ਦੀ ਸ਼ਹਾਦਤ ਹੋਈ, ਭਾਈ ਦਇਆਲਾ ਜੀ ਦੀ ਸ਼ਹਾਦਤ ਹੋਈ, ਭਾਈ ਸਤੀ ਦਾਸ ਜੀ ਦੀ ਸ਼ਹਾਦਤ ਹੋਈ। ਇਹ ਕੱਲ੍ਹ ਆਪਾਂ ਕਥਾ ਵਿੱਚ ਤਿੰਨਾਂ ਸਿੱਖਾਂ ਦੀ ਸ਼ਹਾਦਤ ਦਾ ਪ੍ਰਸੰਗ ਸਰਵਣ ਕੀਤਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਆਪਣੇ ਪਿੰਜਰੇ ਵਿੱਚ ਹੀ ਮਹਾਰਾਜ ਤਿੰਨਾਂ ਸਿੱਖਾਂ ਦੀ ਸ਼ਹਾਦਤ ਨੂੰ ਸਤਿਗੁਰਾਂ ਜੀ ਨੇ ਵੇਖਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਮੁਖਾਰ ਬਿੰਦ ਉਵੇਂ ਹੀ ਨੂਰ ਦੇ ਨਾਲ ਦਗਦਾ ਏ। ਕਿਸੇ ਪ੍ਰਕਾਰ ਦੀ ਕੋਈ ਸ਼ਿਕਨ ਨਹੀਂ, ਘਬਰਾਹਟ ਦੀ, ਕੋਈ ਕਿਸੇ ਪ੍ਰਕਾਰ ਚਿੰਤਾ ਫਿਕਰ ਦਾ ਕੋਈ ਮਸਤਕ ਤੋਂ ਇਹੋ ਜਿਹਾ ਚਿੰਨ੍ਹ ਨਹੀਂ ਪ੍ਰਗਟ ਹੁੰਦਾ। ਜਿਹੜੇ ਵੀ ਕੋਈ ਲੁਕੇ ਹੋਏ ਸਿੱਖ ਵੀ ਵੇਖਦੇ ਹੈ, ਸਤਿਗੁਰਾਂ ਜੀ ਦਾ ਦਾਗਦਾ ਹੋਇਆ ਮਸਤਕ ਵੇਖ ਕੇ ਮਨ ਨੂੰ ਸਕੂਨ ਮਿਲਦਾ ਏ। ਸੱਚੇ ਪਾਤਸ਼ਾਹ ਜੀ ਜਦੋਂ ਤਿੰਨਾਂ ਹੀ ਸਿੱਖਾਂ ਨੂੰ ਮਹਾਰਾਜ ਦੇ ਸਾਹਮਣੇ ਸ਼ਹੀਦ ਕੀਤਾ ਗਿਆ, ਕਾਜ਼ੀਆਂ ਮੌਲਾਨਿਆਂ ਨੇ ਸੱਚੇ ਪਾਤਸ਼ਾਹ ਜੀ ਨੂੰ ਫਿਰ ਇਹੋ ਹੀ ਦੁਹਰਾਇਆ, ਜਾਂ ਤਾਂ ਦੀਨੇ ਇਸਲਾਮ ਨੂੰ ਕਬੂਲ ਕਰ ਲਓ ਜਾਂ ਕਰਾਮਾਤ ਦਿਖਾ ਦਿਓ, ਨਹੀਂ ਤੇ ਕੱਲ੍ਹ ਦਾ ਚੜ੍ਹਦਾ ਸੂਰਜ ਤੁਹਾਡੇ ਲਈ ਵੀ ਇਹੋ ਹੀ ਫਤਵਾ ਜਾਰੀ ਹੋਵੇਗਾ। ਇਉਂ ਸੱਚੇ ਪਾਤਸ਼ਾਹ ਜੀ ਨੂੰ ਡਰਾਉਣਾ ਚਾਹਿਆ। ਨਾਲ ਕਹਿੰਦੇ ਇੱਕ ਰਾਤ ਦਾ ਹੀ ਕੇਵਲ ਸਮਾਂ, ਜੇ ਰਾਤ ਦੇ ਸਮੇਂ ਹੀ ਆਪਣੇ ਸਾਥੀ ਸਿੱਖਾਂ ਨਾਲ ਵਿਚਾਰ ਕਰ ਲਿਓ ਕਿ ਦਿਨ ਚੜ੍ਹਦੇ ਨਾਲ ਤੁਸੀਂ ਕਿਹੜੀ ਗੱਲ ਨੂੰ ਮਨਜ਼ੂਰ ਕਰਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨਾਨਾ ਪ੍ਰਕਾਰ ਦੇ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਰਹੇ। ਉਸ ਦਿਨ ਹਜ਼ੂਰ ਚੁੱਪ ਰਹੇ ਆ ਗਰੀਬ ਨਵਾਜ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਿੰਜਰਾ ਜੋ ਸੀਗਾ ਉਹ ਕਾਰਾਗ੍ਰਹਿ ਦੇ ਅੰਦਰ ਤਬਦੀਲ ਕੀਤਾ ਗਿਆ। ਸ਼ਾਮ ਪੈ ਚੁੱਕੀ ਸੀਗੀ, ਸੂਰਜ ਅਸਤ ਹੋ ਗਿਆ ਸੀਗਾ। ਉਸ ਸਮੇਂ ਢੰਡੋਰਚੀ ਜਿਹੜੇ ਸੀ ਸ਼ਹਿਰ ਵਿੱਚ ਥਾਵਾਂ ਥਾਵਾਂ 'ਤੇ ਬਾਦਸ਼ਾਹੀ ਹੁਕਮ ਦੇ ਨਾਲ
ਡਿੰਡਮ ਢੰਡੋਰਾ ਪਿੱਟ ਰਹੇ ਸਨ। ਸ੍ਰੀ ਗੁਰੂ ਜੀ ਦਾ ਨਾਮ ਆਪਣੇ ਮੁਖ ਤੋਂ ਢੰਡੋਰਚੀ ਲੈ ਰਹੇ ਸੀ। ਕਾਰਾਗ੍ਰਹਿ ਦੇ ਲਾਗੇ ਵੀ ਢੰਡੋਰਚੀ ਨੇ ਜਦੋਂ ਹੌਕਾ ਦਿੱਤਾ, ਇਹ ਆਵਾਜ਼ ਹਜ਼ੂਰ ਦੇ ਕੰਨਾਂ ਵਿੱਚ ਵੀ ਪਈ। ਉਹ ਢੰਡੋਰਚੀ ਉੱਚੀ ਹੌਕਾ ਦੇ ਰਿਹਾ ਸੀ ਕਿ ਕੱਲ੍ਹ ਨੂੰ ਸ੍ਰੀ ਗੁਰੂ ਜੀ ਦਾ ਨਾਮ ਲੈ ਕਰਕੇ ਕਿ ਜੇ ਉਹਨਾਂ ਨੇ ਦੀਨ ਇਸਲਾਮ ਨੂੰ ਕਬੂਲ ਨਾ ਕੀਤਾ ਜਾਂ ਬਾਦਸ਼ਾਹੀ ਹੁਕਮ ਦੇ ਮੁਤਾਬਕ ਕੋਈ ਕਰਾਮਾਤ ਨਾ ਦਿਖਾਈ ਤਾਂ ਚਾਂਦਨੀ ਚੌਂਕ ਦੇ ਅੰਦਰ ਉਹਨਾਂ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਤੇ ਬਾਦਸ਼ਾਹੀ ਹੁਕਮ ਦੇ ਨਾਲ ਲੋਕਾਂ ਨੂੰ ਇਕੱਠੇ ਹੋਣ ਵਾਸਤੇ ਜਿਹੜਾ ਆਖਿਆ ਗਿਆ ਏ, ਆਓ ਆ ਕਰਕੇ ਤੱਕੋ ਕਿ ਜੇ ਇਸਲਾਮ ਨੂੰ ਕੋਈ ਕਬੂਲ ਨਹੀਂ ਕਰਦਾ ਤਾਂ ਉਹਦਾ ਕੀ ਹਸ਼ਰ ਹੁੰਦਾ ਏ। ਇਹ ਆਵਾਜ਼ ਸਤਿਗੁਰੂ ਜੀ ਦੇ ਕੰਨਾਂ ਵਿੱਚ ਵੀ ਪਈ। ਮਹਾਰਾਜ ਪ੍ਰਸੰਨ ਚਿੱਤ ਨੇ ਸੱਚੇ ਪਾਤਸ਼ਾਹ ਉਹ ਸ਼ਾਮ ਨੂੰ ਤਵਾਰੀਖ ਨੇ ਜ਼ਿਕਰ ਕੀਤਾ ਹੈ ਕਿ ਇੱਕ ਅਮੀਰ ਸ਼ਾਹੂਕਾਰ ਭਾਈ ਜਵਾਹਰ ਸਿੰਘ ਨਾਮਾ ਸਿੱਖ, ਇਹਨੇ 500 ਰੁਪਈਏ ਦੀ ਦੇਗ ਸਤਿਗੁਰਾਂ ਜੀ ਦੇ ਅਰਥ ਕੀਤੀ ਸੀ ਤੇ ਇਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਵੇਖ ਕਰਕੇ ਇਹਦਾ ਬੜਾ ਮਨ ਸਕੂਨ ਵਿੱਚ ਆ ਗਿਆ। ਅਨੇਕਾਂ ਪ੍ਰਕਾਰ ਦੀਆਂ ਖਬਰਾਂ ਸੁਣੀਆਂ ਸੀ। ਦਿੱਲੀ ਆਇਆ ਸੀ, ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਕਰਨਾ ਚਾਹੁੰਦਾ ਸੀ ਤੇ ਜਦੋਂ ਯਤਨ ਕੀਤਾ ਤੇ ਫਿਰ ਅਬਦੁਲ ਖਾਂ ਦਰੋਗੇ ਦਾ ਜ਼ਿਕਰ ਆਇਆ। ਉਸੇ ਰਾਤ ਹੀ ਅੱਧੀ ਰਾਤ ਦੇ ਵਕਤ ਅਬਦੁਲ ਖਾਂ ਦਰੋਗਾ ਵੀ ਚਾਲਾ ਮਾਰਿਆ ਸੀ, ਜਿਸ ਨੇ 8 ਭਰਾਵਾਂ ਸਮੇਤ ਭਾਈ ਜਵਾਹਰ ਸਿੰਘ ਜੋ ਪ੍ਰਸਾਦ ਨਾਲ ਲੈ ਕਰਕੇ ਆਏ। ਸਤਿਗੁਰੂ ਪਾਤਸ਼ਾਹ ਜੀ ਨੇ, ਭਾਵੇਂ ਕਿ ਮਹਾਰਾਜ ਨੂੰ ਤਾਂ ਕੋਈ ਪ੍ਰਸ਼ਾਦੇ ਦੀ ਭੁੱਖ ਨਹੀਂ ਹੁੰਦੀ, ਸੱਚੇ ਪਾਤਸ਼ਾਹ ਜੀ ਦੇ ਤਾਂ ਸਿੱਖ ਵੀ ਨਾਮ ਦੀ ਬਖਸ਼ਿਸ਼ ਨਾਲ ਭੁੱਖ ਤੇ ਤੋਂ ਆਜ਼ਾਦ ਹੋ ਜਾਂਦੇ ਹੈ। ਸ੍ਰੀ ਗੁਰੂ ਜੀ ਨੂੰ ਇਹ ਚੀਜ਼ਾਂ ਨਹੀਂ ਵਿਆਪਦੀਆਂ, ਪਰ ਮਹਾਰਾਜ ਸਿੱਖ ਦੀ ਭਾਵਨਾ ਪੂਰੀ ਕਰਨ ਲਈ, ਭਾਈ ਜਵਾਹਰ ਸਿੰਘ ਦੀ ਸ਼ਰਧਾ ਨੂੰ ਭਾਗ ਲਾਉਣ ਲਈ ਸੱਚੇ ਪਾਤਸ਼ਾਹ ਜੀ ਨੇ ਥੋੜ੍ਹਾ ਮਿੱਠਾ ਪ੍ਰਸ਼ਾਦ ਸਤਿਗੁਰਾਂ ਜੀ ਨੇ ਛਕਿਆ। ਸਾਥੀ ਸਿੱਖਾਂ ਨੇ ਵੀ ਤੇ ਸਮੇਂ ਪ੍ਰਸ਼ਾਦ ਛਕਿਆ। ਫਿਰ ਇਹ ਰਾਤ ਦਾ ਸਮਾਂ ਸੱਚੇ ਪਾਤਸ਼ਾਹ ਜੀ ਦੇ ਕੋਲ ਜਿੰਨੇ ਕੁ ਸਿੱਖ ਸਨ ਉਹਨਾਂ ਨੇ ਜਾਗਦਿਆਂ ਹੋਇਆਂ ਹੀ ਭਜਨ ਸਿਮਰਨ ਵਿੱਚ ਬਤੀਤ ਕੀਤਾ। ਇਸੇ ਹੀ ਰਾਤ ਭਾਈ ਜੈਤਾ ਜੀ ਦਾ ਮਿਲਣਾ, ਅਬਦੁਲ ਖਾਂ ਦਰੋਗੇ ਨੇ ਮਿਲਾਪ ਕਰਾਉਣਾ, ਸ੍ਰੀ ਗੁਰੂ ਜੀ ਨੇ ਆਪਣੀ ਸ਼ਹਾਦਤ ਦੀ ਬਾਬਤ ਸਾਰੇ ਸੰਕੇਤ ਦੇ ਦੇਣੇ। ਫਿਰ ਅਬਦੁਲ ਖਾਂ ਦਰੋਗੇ ਦਾ ਵੀ ਜਿਹੜਾ ਸੀ ਨਰੰਗੇ ਦੀ ਨੌਕਰੀ ਛੱਡ ਕਰਕੇ ਦਿੱਲੀੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਲਾ ਮਾਰ ਦੇਣਾ। ਸਤਿਗੁਰਾਂ ਜੀ ਨੇ ਆਗਿਆ ਕੀਤੀ ਸੀ ਕਿ ਸਾਡੇ ਸਾਹਿਬਜ਼ਾਦੇ ਦੀ ਸ਼ਰਨ ਵਿੱਚ ਚਲੇ ਜਾਓ, ਭੋਗ ਮੋਖ ਦੋਵੇਂ ਹੀ ਉੱਥੇ ਤੁਹਾਨੂੰ ਪ੍ਰਾਪਤ ਹੋਣਗੇ। ਇਉਂ ਸਤਿਗੁਰਾਂ ਜੀ ਦੀ ਆਗਿਆ ਪਾ ਕਰਕੇ ਅਬਦੁਲ ਖਾਂ ਦਰੋਗਾ ਤੇ ਇੱਥੋਂ ਚਲਿਆ ਗਿਆ। ਭਾਈ ਉਹਦਾ ਰਠੌਰ ਵੀ ਗਏ ਹੈ। ਇਉਂ ਸੱਚੇ ਪਾਤਸ਼ਾਹ ਜੀ ਆਪ ਸ਼ਹਾਦਤ ਪਾਉਣ ਵਾਸਤੇ, ਸ਼ਹੀਦੀ ਪਾਉਣ ਵਾਸਤੇ ਸਤਿਗੁਰਾਂ ਜੀ ਨੇ ਤਿਆਰਾ ਕਰ ਲਿਆ। ਤੇ ਭਾਈ ਇਸ ਪ੍ਰਕਾਰ ਜੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਆਗਿਆ ਕੀਤੀ ਸੀ ਭਾਈ ਜੈਤਾ ਜੀ ਨੂੰ, ਉਹ ਆਪ ਦੀ ਸੇਵਾ ਵਿੱਚ ਤਤਪਰ ਭੇਸ ਬਦਲਿਆ ਹੋਇਆ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਬਚਨਾਂ 'ਤੇ ਪਹਿਰਾ ਦਿੰਦੇ ਹੋਏ ਜਿੱਥੇ ਯੋਗ ਸੀ ਉੱਥੇ ਰਾਤ ਟਿਕ ਗਏ। ਭਾਵੇਂ ਕਿ ਨਰੰਗੇ ਨੇ ਬਹੁਤ ਭਾਰੀ ਸਖਤੀ ਕੀਤੀ ਹੋਈ ਸੀ, ਫਿਰ ਵੀ ਸੱਚੇ ਪਾਤਸ਼ਾਹ ਜੀ ਨਾਲ ਪਿਆਰ ਕਰਨ ਵਾਲੇ ਜਾਨ ਤਲੀ 'ਤੇ ਧਰ ਕੇ ਸਤਿਗੁਰਾਂ ਜੀ ਦਾ ਦਰਸ਼ਨ ਕਰਨ ਆਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੇਅੰਤ ਖੁਸ਼ੀਆਂ ਵਰਤਾਈਆਂ। ਜਦੋਂ ਇਹ ਰਾਤ ਜਿਹੜੀ ਸੀ ਬਤੀਤ ਹੋ ਰਹੀ ਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਸ ਜਿਹੜਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ
ਦੇ ਭੋਰਾ ਸਾਹਿਬ ਦੇ ਅੰਦਰ ਖੂਹ ਹੈ। ਸੱਚੇ ਪਾਤਸ਼ਾਹ ਜੀ ਨੇ ਉਸ ਖੂਹ ਦੇ ਜਲ ਨਾਲ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਮਣ ਦੇ ਉੱਤੇ ਗਰੀਬ ਨਵਾਜ ਜੀ ਚੌਂਕੜਾ ਲਾ ਕਰਕੇ ਬੈਠ ਗਏ। ਹੌਲੀ ਹੌਲੀ ਭੋਰ ਦਾ ਸਮਾਂ ਹੋਣ ਲੱਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਮੱਘਰ ਸੁਦੀ ਪੰਚਮੀ ਸੰਮਤ 1732 12 ਮੱਘਰ ਭਾਵ 11 ਨਵੰਬਰ 1600 ਵਾਹਿਗੁਰੂ 75 ਨੂੰ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੀ ਸ਼ਹਾਦਤ ਗਰੀਬ ਨਵਾਜ ਨੇ ਦਿੱਤੀ ਹੈ। ਇਹ ਮੱਘਰ ਸੁਦੀ ਪੰਚਮੀ ਦਾ ਜਦੋਂ ਸੂਰਜ ਚੜ੍ਹਿਆ, ਲਹੂ ਦੇ ਅਥਰੂ ਕੇਰਦਾ ਹੋਇਆ ਇਹ ਸੂਰਜ ਪ੍ਰਕਾਸ਼ ਲੈ ਕਰਕੇ ਆਸਮਾਨ ਦੇ ਅੰਦਰ ਤੇ ਸਮੇਂ ਚੜ੍ਹਿਆ ਏ, ਜਿਵੇਂ 2 ਘੜੀਆਂ ਦਿਨ ਚੜ੍ਹ ਆਇਆ ਏ। ਸੱਚੇ ਪਾਤਸ਼ਾਹ ਜੀ ਮਹਾਰਾਜ ਧਿਆਨ ਅਸਥਿਤ ਨੇ। ਤਵਾਰੀਖ ਨੇ ਲਿਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਉਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਮਹਾਰਾਜ ਸਾਹਿਬ ਜੀ ਪਾਠ ਕਰ ਰਹੇ ਹੈ। ਜਦੋਂ ਸ਼ਹਾਦਤ ਦਿੱਤੀ ਹੈ ਉਸ ਵਕਤ ਕਿਹਾ ਕਿ ਪੰਜਵਾਂ ਜਪਜੀ ਸਾਹਿਬ ਦਾ ਪਾਠ ਮਹਾਰਾਜ ਜੀ ਨੇ ਸੰਪੂਰਨ ਕੀਤਾ ਸੀਗਾ। ਰੋ ਵਿਚਾਰ ਸੱਚੇ ਪਾਤਸ਼ਾਹ ਧਿਆਨ ਅਸਥਿਤ ਮਹਾਰਾਜ ਜੀ ਬੈਠੇ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਜੀ ਦੇ ਸਾਹਮਣੇ ਉਸ ਸਮੇਂ ਮੁਲਾਨੇ ਤੇ ਕਾਜੀ ਤੇ ਨਰੰਗਾ ਆਪ ਖੁਦ ਚੱਲ ਕਰਕੇ ਆਇਆ। ਇਹਦੇ ਹੁਕਮ ਦੇ ਨਾਲ ਬਹੁਤ ਭਾਰੇ ਜਿਹੜਾ ਸੀ ਇਕੱਠ ਹੋਇਆ। ਲੋਕ ਬਹੁਤ ਗਿਣਤੀ ਵਿੱਚ ਇਕੱਤਰ ਨੇ। ਸਤਿਗੁਰੂ ਜੀ ਨੂੰ ਪਿਆਰ ਕਰਨ ਵਾਲੇ ਦਿੱਲੀ ਦੀਆਂ ਸਿੱਖ ਸੰਗਤਾਂ ਬਹੁਤ, ਜਿਨ੍ਹਾਂ ਦੇ ਮਨ ਦੀਨ ਹਨ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਦਾ ਸੱਚੇ ਪਾਤਸ਼ਾਹ ਬਲੀਦਾਨ ਦੇਣ ਲੱਗੇ ਹੈ। ਅਸੀਂ ਕੁਝ ਵੀ ਸਤਿਗੁਰਾਂ ਦੀ ਸੇਵਾ ਨਹੀਂ ਕਰ ਸਕੇ। ਬਹੁਤ ਮਨ ਜਿਹੜੇ ਆ ਉਹਨਾਂ ਦੇ ਦੁਖੀ ਹੈ, ਪਰ ਨਰੰਗੇ ਦੇ ਜ਼ੁਲਮ ਅੱਗੇ ਕੋਈ ਕੁਝ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਹੋ ਕਰਕੇ ਨਰੰਗੇ ਨੇ ਫਿਰ, ਜਿਵੇਂ ਬਾਦਸ਼ਾਹਾਂ ਦੀ ਆਦਤ ਹੁੰਦੀ ਹੈ, ਕਿਉਂਕਿ ਇਹ ਸਤਿਗੁਰੂ ਜੀ ਨੂੰ ਡਲਾਉਣ ਵਿੱਚ ਆਪਣੀ ਜਿੱਤ ਸਮਝਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਡਲਾਉਣਾ ਚਾਹੁੰਦਾ ਹੈ ਨਰੰਗਾ ਹਰ ਹਾਲਤ ਨਾਲ, ਤੇ ਸੱਚੇ ਪਾਤਸ਼ਾਹ ਜੀ ਨੂੰ ਮੌਤ ਦਾ ਖੌਫ ਦਿਖਾ ਰਿਹਾ ਹੈ। ਇਸ ਨੇ ਫਿਰ ਅਖੀਰ ਮਹਾਰਾਜ ਨੂੰ ਇਹ ਬੋਲ ਕਹੇ ਕਿ ਮਹਾਰਾਜ, ਮੈਂ ਚੰਗੀ ਤਰ੍ਹਾਂ ਜਾਣਦਾ, ਤੁਹਾਡੇ ਸੁਭਾਅ ਤੋਂ ਵਾਕਿਫ ਹਾਂ। ਜਿਹੜੇ ਮਹਾਰਾਜ ਇਹ ਹਿੰਦੂ ਲੋਕ ਵੈ, ਇਹਨਾਂ ਵਾਸਤੇ ਤੁਸੀਂ ਆਪਣਾ ਆਪ ਕਿਉਂ ਨਿਸ਼ਾਵਰ ਕਰ ਰਹੇ ਹੋ, ਜਦੋਂ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਤੁਸੀਂ ਇਹਨਾਂ ਦੇ ਧਰਮ ਦੇ ਕਿਸੇ ਵੀ ਅਕੀਦੇ ਨੂੰ ਜਿਹੜਾ ਆਪਣੇ ਸਿੱਖਾਂ ਵਿੱਚ ਨਹੀਂ ਪ੍ਰਚਾਰਦੇ। ਨਾ ਤਾਂ ਤੁਸੀਂ ਜੰਝੂ ਪਹਿਨਦੇ ਹੋ, ਨਾ ਤੁਸੀਂ ਪੱਥਰਾਂ ਦੇ ਮੂਰਤੀਆਂ ਦੇ ਉਪਾਸ਼ਕ ਹੋ, ਫਿਰ ਇਹਨਾਂ ਦੇ ਤੁਸੀਂ ਦਾਅਵੇਦਾਰ ਕਿਉਂ ਬਣੇ ਬੈਠੇ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ, ਔਰੰਗਜ਼ੇਬ, ਤੂੰ ਜ਼ੁਲਮ ਦੇ ਨਾਲ ਇਹਨਾਂ ਦੇ ਧਰਮ ਨੂੰ ਨਸ਼ਟ ਕਰ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਸਾਡਾ ਕਿਸੇ ਇਸਲਾਮ ਦੇ ਧਰਮ ਨਾਲ ਕੋਈ ਵਿਰੋਧ ਨਹੀਂ ਹੈ, ਪਰ ਇਸ ਸਮੇਂ ਤੂੰ ਆਪਣੇ ਆਪ ਨੂੰ ਇਸਲਾਮਕ ਸਮਝਦਾ ਹੈ, ਪਰ ਤੂੰ ਧਰਮੀ ਹੈ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਅਸੀਂ ਜ਼ੁਲਮ ਦੇ ਵਿਰੁੱਧ ਹਾਂ, ਤੂੰ ਜ਼ੁਲਮ ਦੇ ਨਾਲ ਇਹਨਾਂ ਦਾ ਜੰਝੂ ਲਾਉਣਾ ਚਾਹੁੰਦਾ, ਜ਼ੁਲਮ ਅਸੀਂ ਹੋਣ ਨਹੀਂ ਦਿਆਂਗੇ। ਗਰੀਬਾਂ ਨੇ, ਨਤਾਣਿਆਂ ਨੇ ਸਾਡੀ ਸ਼ਰਨ ਲਈ ਹੈ ਤੇ ਸਾਡਾ ਇਹ ਹੁਣ ਪ੍ਰਣ ਹੈ, ਅਸੀਂ ਇਹਨਾਂ ਦੀ ਬਾਂਹ ਪਕੜੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜਾ ਬਾਹੇ ਨਾ ਛੋੜੀ ਹੈ। ਮਹਾਰਾਜ ਕਹਿੰਦੇ ਹੁਣ ਤਾਂ ਸੀਸ ਦੇ ਦਿਆਂਗੇ, ਪਰ ਬਾਂਹ ਨਹੀਂ ਛੱਡਾਂਗੇ। ਨਰੰਗੇ ਨੇ ਸੱਚੇ ਪਾਤਸ਼ਾਹ ਜੀ ਦਾ ਅਟਲ ਨਿਸ਼ਚਾ ਵੇਖਿਆ। ਫਿਰ ਕਾਜੀ ਨੂੰ ਤੇ ਸਮੇਂ ਉਸਨੇ ਕੋਲ ਬੁਲਾਇਆ। ਕਾਜੀ ਨੇ ਫਤਵਾ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੀਸ ਦੇ ਧੜ ਨਾਲੋਂ ਵੱਖ ਕੀਤੇ ਜਾਣ ਦਾ ਫਤਵਾ ਉੱਚੀ ਆਵਾਜ਼ ਵਿੱਚ ਕਾਜੀ ਨੇ ਪੜ੍ਹਿਆ। ਸ੍ਰੀ ਗੁਰੂ ਜੀ ਨੇ ਆਪਣੇ ਮੁਖ ਤੋਂ ਤਿਸ ਸਮੇਂ ਬਚਨ ਕਹੇ ਕਿ ਅਸੀਂ ਜਿਸ ਵਕਤ ਆਪਣਾ ਸੀਸ ਝੁਕਾਵਾਂਗੇ, ਉਦੋਂ
ਐ ਨਰੰਗਿਆ ਤੇਰਾ ਜਲਾਦ ਸਾਡੇ ਸੀਸ ਦੇ ਉੱਤੇ ਆਪਣੀ ਤਲਵਾਰ ਦਾ ਵਾਰ ਕਰ ਲਵੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਬਚਨ ਕਿਹਾ, ਇਹ ਜਲਾਦ ਦਾ ਜ਼ਿਕਰ ਆਇਆ ਹੈ। ਸਮਾਣੇ ਦਾ ਰਹਿਣ ਵਾਲਾ ਇਹ ਜਲਾਲੁਦੀਨ, ਸੈਯਦ ਜਾਤੀ ਦਾ ਇਹ ਮੁਸਲਮਾਨ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਪਰ ਤਲਵਾਰ ਦੇ ਚਲਾਉਣ ਵਾਸਤੇ ਇਹ ਅੱਗੇ ਆਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ। ਜਦੋਂ ਸੱਚੇ ਪਾਤਸ਼ਾਹ ਜੀ ਸੰਪੂਰਨਤਾ ਕਰ ਰਹੇ ਸੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਜਦੋਂ ਸ਼ਲੋਕ ਪੜ੍ਹਿਆ, ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਮਹਾਰਾਜ ਨੇ ਆਪਣਾ ਪਾਵਨ ਸ਼ੀਸ਼ ਜਦੋਂ ਝੁਕਾਇਆ, ਇਸ ਦੁਸ਼ਟ ਜਲਾਦ ਨੇ, ਸਮਾਣੇ ਦੇ ਰਹਿਣ ਵਾਲੇ ਇਸ ਜਲਾਲੁਦੀਨ ਨੇ ਹਜੂਰ ਦੇ ਪਾਵਨ ਸ਼ੀਸ਼ ਦੇ ਉੱਤੇ, ਗਰਦਨ ਦੇ ਉੱਤੇ ਤਲਵਾਰ ਦਾ ਵਾਰ ਕੀਤਾ। ਉਸ ਸਮੇਂ ਤਵਾਰੀਖ ਨੇ ਲਿਖਿਆ ਹੈ ਕਿ ਆਸਮਾਨ ਵੀ ਝੁਕਿਆ ਹੋਇਆ, ਜਾਣੋ ਕਿ ਲਹੂ ਦੇ ਅਥਰੂ ਕੇਰ ਰਿਹਾ ਸੀ। ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਵੇਲੇ ਜਿਵੇਂ ਚਾਰ ਸਫੇਰਾ ਹੀ ਇਉਂ ਹਰੇਕ ਨੂੰ ਪ੍ਰਤੀਤ ਹੋ ਰਿਹਾ ਸੀ ਜਿਵੇਂ ਖੁਦਾ ਦਾ ਕਹਿਰ ਟੁੱਟ ਪਿਆ ਹੋਵੇ। ਪਸ਼ੂ ਪੰਛੀ ਵੀ ਵਿਆਕਲ ਹੋ ਰਹੇ ਸਨ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸੀਸ ਲੱਥਿਆ, ਇੱਕਦਮ ਬਹੁਤ ਜ਼ੋਰ ਦੀ ਹਨੇਰੀ ਚੱਲੀ, ਆਕਾਸ਼ ਸਾਰਾ ਲਾਲ ਹੋ ਗਿਆ ਤੇ ਭਾਈ ਜੈਤਾ ਜੋ ਭੇਸ ਬਦਲ ਕੇ ਵੇਖ ਰਹੇ ਸੀ ਸਭ ਕੁਝ, ਸ੍ਰੀ ਗੁਰੂ ਜੀ ਦੀ ਆਗਿਆ ਮੁਤਾਬਕ ਤੱਤ ਪਰ ਖੜੇ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਭਾਈ ਜੈਤੇ ਦੀ ਝੋਲੀ ਵਿੱਚ ਆ ਕਰਕੇ ਪਿਆ ਤੇ ਭਾਈ ਜੈਤਾ ਜੀ ਵਾਹੋ ਦਾਹੀ ਸ੍ਰੀ ਆਨੰਦਪੁਰ ਸਾਹਿਬ ਨੂੰ ਚੱਲ ਪਏ। ਜਦੋਂ ਇਉਂ ਕੁਝ ਘੜੀਆਂ ਬਾਅਦ ਹਨੇਰੀ ਰੁਕੀ, ਦਿਨ ਖੜੇ ਸੱਚੇ ਪਾਤਸ਼ਾਹ ਜੀ ਨੇ ਆਪ ਦੀ ਸ਼ਹਾਦਤ ਦਿੱਤੀ, ਗਰੀਬ ਨਿਵਾਜ ਜੀ ਨੇ, ਤੇ ਹਜ਼ਾਰਾਂ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਅੱਖਾਂ ਨਾਲ ਵੇਖਿਆ। ਜਿਹੜੇ ਕੋਈ ਅੱਲਾ ਦੀ ਇਬਾਦਤ ਵਾਲੇ ਮੁਸਲਮਾਨ ਸਨ, ਉਹਨਾਂ ਨੇ ਵੀ ਨਰੰਗੇ ਨੂੰ ਬਹੁਤ ਜ਼ਿਆਦਾ ਕੋਸਿਆ। ਲੋਕਾਂ ਵਿੱਚ ਹਾਹਾਕਾਰ ਮਚ ਗਈ। ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਵਾਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹੇ ਹੈ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ। ਸਾਰੇ ਜਗਤ ਦੇ ਅੰਦਰ ਹੀ ਹਾਹਾਕਾਰ ਮਚੀ ਤੇ ਆਕਾਸ਼ ਦੇ ਅੰਦਰ ਐਸਾ ਦਿਵ ਪ੍ਰਕਾਸ਼ ਹੋਇਆ ਕਿ ਦੇਵੀ ਦੇਵਤੇ ਹਜੂਰ ਦੇ ਸੱਚਖੰਡ ਗਮਨ ਨੂੰ ਜਾਣ ਕਰਕੇ ਦਰਸ਼ਨ ਕਰਨ ਲਈ ਆਏ ਤੇ ਸੱਚੇ ਪਾਤਸ਼ਾਹ ਜੀ ਦੇ ਨਾਮ ਦੀਆਂ ਜੈ 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 ਸੁਰ ਲੋਕ, ਦੇਵ ਲੋਕ ਤੱਕ ਜੈ ਜੈਕਾਰ ਦੀਆਂ ਧੁਨੀਆਂ ਉੱਠੀਆਂ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੀ ਸ਼ਹਾਦਤ ਦਿੱਤੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਸੀਸ ਨੂੰ ਭਾਈ ਜੈਤਾ ਜੀ ਛੁਪਾ ਕਰਕੇ ਜਦੋਂ ਦਿੱਲੀਓਂ ਨਿਕਲ ਤੁਰੇ ਐ, ਰਸਤੇ ਵਿੱਚ ਬੜੀਆਂ ਔਕੜਾਂ, ਉਹ ਬੜਾ ਵਿਸਥਾਰ ਹੈ ਤੇ ਸਾਰੀਆਂ ਔਕੜਾਂ ਨੂੰ ਸਹਿੰਦੇ ਹੋਏ ਭਾਈ ਜੈਤਾ ਜੀ ਵਾਹੋ ਦਾਹੀ ਸ੍ਰੀ ਆਨੰਦਪੁਰ ਸਾਹਿਬ ਨੂੰ ਚਲੇ ਆ ਰਹੇ ਐ। ਇੱਧਰ ਜਦੋਂ ਹਨੇਰੀ ਥੰਮੀ ਗਈ ਤੇ ਵੇਖਿਆ ਸਰਕਾਰੀ ਕਰਮਚਾਰੀਆਂ ਨੇ ਕਿ ਸ੍ਰੀ ਗੁਰੂ ਜੀ ਦਾ ਸੀਸ ਤਾਂ ਉੱਥੇ ਲੱਭਦਾ ਹੀ ਨਹੀਂ। ਨਰੰਗੇ ਕੋਲ ਖਬਰ ਗਈ, ਉਸਨੇ ਬੜੀ ਸਖਤਾਈ ਕਰ ਦਿੱਤੀ ਕਿਉਂਕਿ ਉਸਨੇ ਐਲਾਨ ਕੀਤਾ ਹੋਇਆ ਸੀ ਕਿ ਜੇ ਕੋਈ ਗੁਰੂ ਜੀ ਦਾ ਸਿੱਖ ਹੈ ਤੇ ਉਹ ਮਹਾਰਾਜ ਦਾ ਸ਼ੀਸ਼ ਤੇ ਧੜ ਅੱਗੇ ਆ ਕਰਕੇ ਲੈ ਲਵੇ। ਕਿਸੇ ਨੇ ਡਰਦਿਆਂ ਹੋਇਆਂ ਉਸ ਸਮੇਂ ਨਹੀਂ ਕਿਹਾ, ਜ਼ਾਲਮ ਨਰੰਗੇ ਦੇ ਜ਼ੁਲਮ ਤੋਂ ਡਰ ਗਏ ਕਿ ਅਸੀਂ ਸਿੱਖ ਹਾਂ। ਜਦੋਂ ਨਰੰਗੇ ਨੂੰ ਪਤਾ ਲੱਗਾ ਕਿ ਮਹਾਰਾਜ ਦਾ ਸ਼ੀਸ਼ ਸਿੱਖਾਂ ਨੇ ਉਠਾ ਲਿਆ ਏ, ਫਿਰ ਉਸਨੇ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਤੇ ਨਾਲ ਹੀ ਫਿਰ ਡੰਡਮ ਪਟਵਾ ਦਿੱਤਾ, ਢੋਰਾ ਪਟਵਾ ਦਿੱਤਾ ਕਿ ਜਿਹੜਾ ਕੋਈ ਸਿੱਖ ਵੈ ਉਹ ਗੁਰੂ ਜੀ ਦਾ ਧਾੜਾ ਕਰਕੇ ਲੈ ਜਾਵੇ। ਤੇ ਚਾਹੁੰਦਾ ਸੀ ਕਿ ਗੁਰੂ ਸਾਹਿਬ ਦੇ ਧੜ ਦੀ ਹੁਣ ਮੈਂ ਬੇਅਦਬੀ ਕਰਾਂ। ਇਹ ਇੱਛਾ ਲੈ ਕਰਕੇ ਇਸਨੇ ਜਿਹੜੇ ਸੀ ਪਹਿਰੇ ਸਖਤ ਕਰ ਦਿੱਤੇ। ਪਹਿਲਾਂ ਆਪਾਂ ਜਿਵੇਂ ਮਹਾਰਾਜ ਦਾ ਪਾਵਨ ਸ਼ੀਸ਼ ਸ੍ਰੀ ਆਨੰਦਪੁਰ ਸਾਹਿਬ ਆਉਂਦਾ ਹੈ, ਇਹ ਥੋੜ੍ਹਾ ਜਿਹਾ ਇਤਿਹਾਸ ਸਰਵਣ ਕਰਕੇ ਫਿਰ ਜੋ ਕਵੀਰਾਜ ਜੀ ਨੇ ਲੱਖੀ ਸ਼ਾਹ ਵਣਜਾਰੇ ਦੀ ਸੇਵਾ ਲਿਖੀ ਹੈ, ਧੜ ਦੇ ਸੰਸਕਾਰ ਕਰਨ ਦੀ ਸੇਵਾ,
ਉਹ ਆਪਾਂ ਪ੍ਰਸੰਗ ਵਿੱਚੋਂ ਸਰਵਣ ਕਰਾਂਗੇ। ਜਿਸ ਵਕਤ ਭਾਈ ਜੈਤਾ ਜੀ ਥਾਵਾਂ ਥਾਵਾਂ 'ਤੇ ਚੱਲਦੇ ਹੋਏ ਰਸਤੇ ਵਿੱਚ ਇੱਕ ਉਹ ਵੀ ਸਿੱਖ ਦੇ ਘਰੇ ਭਾਈ ਜੈਤਾ ਜੀ ਰੁਕੇ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਦਿੱਲੀ ਵੱਲ ਨੂੰ ਮਹਾਰਾਜ ਕੂਚ ਕੀਤਾ, ਸਿੱਖ ਨੇ ਭਾਵਨਾ ਨਾਲ ਬੇਨਤੀ ਕੀਤੀ, ਮਹਾਰਾਜ ਮੇਰੇ ਘਰੇ ਹਜੂਰ ਚਰਨ ਪਾਓ। ਸਤਿਗੁਰੂ ਜੀ ਕਹਿੰਦੇ ਨਿਰੰਕਾਰ ਨੂੰ ਪਾਇਆ ਤਾਂ ਜ਼ਰੂਰ ਆਵਾਂਗੇ। ਜਦੋਂ ਸ੍ਰੀ ਗੁਰੂ ਜੀ ਦੀ ਸ਼ਹਾਦਤ ਹੋ ਗਈ ਦਿੱਲੀ ਵਿੱਚ, ਸਿੱਖ ਨੇ ਮਨ ਵਿੱਚ ਚਿਤਾਰਿਆ ਕਿ ਮਹਾਰਾਜ ਦਾ ਕਿਹਾ ਹੋਇਆ ਬਚਨ ਨਹੀਂ ਪੂਰਾ ਹੋਇਆ। ਜਿਸ ਵਕਤ ਭਾਈ ਜੈਤਾ ਜੀ ਮਹਾਰਾਜ ਦਾ ਕੱਟਿਆ ਹੋਇਆ ਸੀਸ ਲੈ ਕੇ ਉਸ ਦੇ ਘਰ ਆਏ ਤੇ ਸ੍ਰੀ ਗੁਰੂ ਜੀ ਨੇ ਸ਼ਹੀਦ ਹੋਣ ਤੋਂ ਬਾਅਦ ਵੀ ਆਪ ਦਾ ਪ੍ਰਣ ਪੂਰਾ ਕਰ ਦਿੱਤਾ। ਸਿੱਖ ਦੀਆਂ ਧਾਹਾਂ ਨਿਕਲ ਗਈਆਂ, ਸੱਚੇ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਕਿ ਆਪ ਨੇ ਕਿਹੜੇ ਰੂਪ ਵਿੱਚ ਮੇਰੇ ਘਰ ਵਿੱਚ ਆਉਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੀਸ ਨੂੰ ਇਉਂ ਪੜਾਅ ਦਰ ਪੜਾਅ ਭਾਈ ਜੈਤਾ ਜੀ ਲੈ ਕਰਕੇ ਜਦੋਂ ਕੀਰਤਪੁਰ ਸਾਹਿਬ ਦਾ ਨੇੜਾ ਕਰ ਰਹੇ ਸੀ, ਸ੍ਰੀ ਆਨੰਦਪੁਰ ਸਾਹਿਬ ਖਬਰ ਭੇਜ ਦਿੱਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਚੱਲਿਆ, ਜੋ ਕੀਰਤਪੁਰ ਸਾਹਿਬ ਦੇ ਅੰਦਰ ਗੁਰਦੁਆਰਾ ਬਿਮਾਨਗੜ੍ਹ ਸਾਹਿਬ ਹੈ, ਇੱਥੇ ਭਾਈ ਜੈਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਸੁੰਦਰ ਥੜਾ ਸਾਹਿਬ ਦੇ ਉੱਤੇ ਸਜਾ ਕਰਕੇ ਗੁਰੂ ਜੀ ਦੀ ਉਡੀਕ ਕਰਨ ਲੱਗੇ। ਇੱਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਸੁਣਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਮਾਤਾਵਾਂ ਨੂੰ ਤੇ ਸਮੇਂ ਸ੍ਰੀ ਗੁਰੂ ਜੀ ਦੇ ਸ਼ਹੀਦ ਹੋਣ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੂਚਨਾ ਦਿੱਤੀ। ਗਰੀਬ ਨਵਾਜ ਜੀ ਨੇ, ਮਾਤਾ ਨਾਨਕੀ ਜੀ ਬਹੁਤ ਬਿਰਧ ਅਵਸਥਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਦਾਦੀ ਮਾਤਾ ਜੀ ਦੀ ਇਹੋ ਜੀ ਬਿਰਧ ਅਵਸਥਾ ਵਿੱਚ ਜਦੋਂ ਖਬਰ ਸੁਣੀ ਹੈ ਤੇ ਬਹੁਤ ਚਿੱਤ ਜਿਹੜਾ ਹੈ ਵਿਆਕੁਲ ਹੋਇਆ, ਅੱਖਾਂ ਬਰਾਗ ਨਾਲ ਭਰ ਗਈਆਂ। ਮਾਤਾ ਗੁਜਰ ਕੌਰ ਜੀ ਵੀ ਨੇਤਰਾਂ ਵਿੱਚ ਬਰਾਗ ਜਿਹੜਾ ਸੀ ਛਲਕਾ ਮਾਰਨ ਲੱਗਾ। ਸੱਚੇ ਪਾਤਸ਼ਾਹ ਜੀ ਨੇ ਧੀਰਜ ਦਿੱਤੀ ਤੇ ਹਜੂਰ ਨੇ ਤੇ ਸਮੇਂ 94 ਸਿੱਖਾਂ ਨੂੰ ਨਾਲ ਲੈ ਕਰਕੇ ਤੇ ਪਾਲਕੀ ਸਾਹਿਬ ਸੁੰਦਰ ਸਜਾ ਕਰਕੇ ਮਹਾਰਾਜ ਜੀ ਨੰਗੇ ਚਰਨੀ ਸਤਿਗੁਰੂ ਜੀ ਕੀਰਤਪੁਰ ਸਾਹਿਬ ਚੱਲ ਕਰਕੇ ਆਏ। ਇੱਥੇ ਸੱਚੇ ਪਾਤਸ਼ਾਹ ਜੀ ਨੇ ਭਾਈ ਜੈਤੇ ਨੂੰ ਸਤਿਗੁਰਾਂ ਜੀ ਨੇ ਵਰਦਾਨ ਦਿੱਤਾ ਸੀ, ਰੰਗ ਰੇਟੇ ਗੁਰੂ ਕੇ ਬੇਟੇ। ਤੇ ਮਹਾਰਾਜ ਨੇ ਫਿਰ ਇੱਥੇ ਹੀ ਪੁੱਛੇ ਸੀ ਦਿੱਲੀ ਦੇ ਸਾਰੇ ਹਾਲਾਤ ਕਿ ਭਾਈ ਜੈਤਾ ਜਦੋਂ ਗੁਰੂ ਪਿਤਾ ਜੀ ਸ਼ਹੀਦ ਹੋ ਰਹੇ ਸੀ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਕਿਸੇ ਸਿੱਖ ਨੇ ਮਾਰਿਆ। ਤੇ ਫਿਰ ਭਾਈ ਜੈਤਾ ਜੀ ਨੇ ਆਖਿਆ ਸੀ, ਮਹਾਰਾਜ ਸਿੱਖ ਤਾਂ ਸੀਗੇ ਪਰ ਪਹਿਚਾਨਿਆ ਨਹੀਂ ਸੀ ਕੋਈ ਜਾ ਰਿਹਾ। ਭੇਖ ਸਭ ਦੇ ਮਹਾਰਾਜ ਇੱਕੋ ਜਿਹੇ ਲੱਗ ਰਹੇ ਸੀ। ਉਦੋਂ ਸਤਿਗੁਰਾਂ ਜੀ ਨੇ ਬਚਨ ਕੀਤਾ ਸੀ ਕਿ ਮੈਂ ਇਹੋ ਜਿਹਾ ਸਿੰਘ ਸਾਜ ਦਿਆਂਗਾ ਜਿਹੜਾ ਲੱਖਾਂ ਦੇ ਵਿੱਚ ਵੀ ਨਹੀਂ ਛਿਪੇਗਾ, ਸਭ ਦੇ ਅੰਦਰ ਜ਼ਾਹਰ ਪ੍ਰਗਟ ਦਿਸੇਗਾ। ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦਾ ਪਾਵਨ ਸ਼ੀਸ਼ ਮਹਾਰਾਜ ਪਾਲਕੀ ਸਾਹਿਬ ਵਿੱਚ ਸਜਾਇਆ ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਕੀਰਤਨ ਕਰਦਿਆਂ ਹੋਇਆਂ, ਸ਼ੰਖਾਂ ਦੀ ਧੁਨ ਪੂਰਦਿਆਂ ਹੋਇਆਂ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਸ੍ਰੀ ਆਨੰਦਪੁਰ ਸਾਹਿਬ ਦਾ ਨੇੜਾ ਮਹਾਰਾਜ ਜੀ ਨੇ ਕੀਤਾ, ਆਨੰਦਪੁਰ ਸਾਹਿਬ ਦੀਆਂ ਸਿੱਖ ਸੰਗਤਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਸ੍ਰੀ ਆਨੰਦਪੁਰ ਸਾਹਿਬ ਪਰਤਿਆ ਕਰਦੇ ਸੀ, ਉਦੋਂ ਸਾਰੇ ਨਗਰ ਨਿਵਾਸੀ ਮਹਾਰਾਜ ਦੇ ਆਉਣ ਤੇ ਸਵਾਗਤ ਵਿੱਚ ਬਾਹਰ ਆ ਜਾਇਆ ਕਰਦੇ। ਅੱਜ ਸਤਿਗੁਰਾਂ ਜੀ ਦਾ ਪਵਿੱਤਰ ਸ਼ੀਸ਼ ਆਇਆ ਏ, ਸਾਰਾ ਹੀ ਨਗਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼ੀਸ਼ ਦਾ ਦਰਸ਼ਨ ਕਰਨ ਲਈ ਬਾਹਰ ਆ ਗਿਆ। ਮਾਤਾ ਗੁਜਰ ਕੌਰ ਜੀ ਵੀ, ਮਾਤਾ ਬਿਰਧ ਮਾਤਾ ਨਾਨਕੀ ਜੀ ਵੀ ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਾਵਨ ਸ਼ੀਸ਼ ਲੈ ਕਰਕੇ ਸੱਚੇ ਪਾਤਸ਼ਾਹ ਸ੍ਰੀ ਆਨੰਦਪੁਰ ਸਾਹਿਬ ਆਏ ਹੈ, ਇੱਥੇ ਸਤਿਗੁਰਾਂ ਜੀ ਨੇ ਮਾਤਾ ਜੀ ਨੂੰ ਫਿਰ ਪੁੱਛਿਆ ਸੀਗਾ, ਭਾਵੇਂ ਕਿ ਮੁਖੀ ਸਿੱਖਾਂ ਨੇ ਰਾਏ ਦਿੱਤੀ ਸੀ ਕਿ ਮਹਾਰਾਜ ਦਾ ਪਾਵਨ ਸ਼ੀਸ਼ ਦਾ ਸੰਸਕਾਰ ਜਿਹੜਾ ਹੈ ਉਹ ਕੀਰਤਪੁਰ ਸਾਹਿਬ, ਜਿਵੇਂ ਪਤਾਲਪੁਰੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਅਸਥਾਨ ਹੈ, ਉੱਥੇ ਕਰਨਾ ਚਾਹੀਦਾ ਹੈ। ਪਰ ਮਾਤਾ ਗੁਜਰ ਕੌਰ ਜੀ ਨੇ ਫਿਰ ਇਹ ਬਚਨ ਕਹੇ ਸੀ ਕਿ ਲਾਲ ਜੀ, ਸਾਡਾ ਇਹ ਰੋਜ਼ ਦਾ ਨਿਯਮ, ਆਪਦੇ ਪਿਤਾ ਜੀ ਦੇ ਅਸੀਂ ਰੋਜ਼ ਦਰਸ਼ਨ ਕਰਕੇ ਹੀ ਕੁਝ ਅੰਨ ਪਾਣੀ ਛਕਿਆ ਕਰਦੇ ਸਾਂ, ਤੇ ਸਾਡੀ ਇੱਛਾ ਇਹ ਹੈ
ਕਿ ਭੋਰਾ ਸਾਹਿਬ ਜੋ ਗੁਰਦੁਆਰਾ ਸਾਹਿਬ ਹੈ ਮਹਾਰਾਜ ਦੇ ਮਹਿਲ ਅਸਥਾਨ, ਸਾਨੂੰ ਮਹਿਲਾਂ ਤੋਂ ਸਿੱਧਾ ਹੀ ਆਪ ਜੀ ਦੇ ਪਿਤਾ ਜੀ ਦੇ ਸਥਾਨ ਦਾ ਦਰਸ਼ਨ ਹੋਵੇ। ਤੇ ਜਦੋਂ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਾ ਦਰਸ਼ਨ ਕਰੀਏ ਨਾ, ਤਾਂ ਉਹ ਪਹਿਲਾਂ ਤਾਂ ਵਿੱਚ ਇਮਾਰਤਾਂ ਬਣ ਗਈਆਂ ਸੀ, ਪਰ ਫਿਰ ਜਿਹੜਾ ਸੀ ਜਦੋਂ 300 ਸਾਲਾ ਸਿਰਜਣਾ ਦਿਵਸ ਖਾਲਸੇ ਦਾ ਆਇਆ ਸੀ, ਉਦੋਂ ਇਹ ਸਾਰੀ ਸੇਵਾ ਹੋਈ ਤੇ ਭੋਰਾ ਸਾਹਿਬ ਤੋਂ ਹੀ ਸ਼ੀਸ਼ਗੰਜ ਸਾਹਿਬ ਜੀ ਦਾ ਦਰਸ਼ਨ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮਾਤਾ ਜੀ ਦੀ ਆਗਿਆ ਮੁਤਾਬਕ ਉੱਥੇ ਤਿਆਰੀ ਕਰਵਾਈ ਤੇ ਸ਼ੀਸ਼ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਚੰਦਨ ਦੇ ਪਲੰਘਾ ਸਾਹਿਬ ਦੇ ਉੱਪਰ ਪਿਤਾ ਸਤਿਗੁਰੂ ਜੀ ਦਾ ਸੀਸ ਸਜਾਇਆ ਅਤੇ ਸਾਰੀਆਂ ਸੰਗਤਾਂ ਦੇ ਖੁੱਲ੍ਹੇ ਦਰਸ਼ਨ ਮਹਾਰਾਜ ਸਾਹਿਬ ਜੀ ਦੇ ਕਰਨ ਲਈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਜਿਹੜਾ ਸੀ ਸੀਸ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਪਲੰਘੇ ਸਾਹਿਬ ਦੇ ਉੱਤੇ ਸਜਾਉਣਾ ਕੀਤਾ। ਸਾਰੀਆਂ ਸੰਗਤਾਂ ਜਦੋਂ ਦਰਸ਼ਨ ਕਰ ਰਹੀਆਂ ਸੀਗੀਆਂ, ਭਾਵੇਂ ਕਿ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਇੱਕ ਬਰੀਕ ਬਸਤਰ ਜਿਹੜਾ ਸੀ ਉਹ ਪਾਇਆ ਹੋਇਆ ਸੀਗਾ, ਜਦੋਂ ਬਿਰਧ ਮਾਤਾ ਨਾਨਕੀ ਜੀ ਆਏ ਤੇ ਆਪਣੇ ਸੁਪੁੱਤਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਸ਼ੀਸ਼ ਦਾ ਜਦੋਂ ਦਰਸ਼ਨ ਕੀਤਾ ਏ, ਮਾਤਾ ਜੀ ਨੇ ਵਸਤਰ ਨੂੰ ਹਟਾ ਕਰਕੇ ਜਦੋਂ ਸਤਿਗੁਰਾਂ ਜੀ ਦੇ ਪਾਵਨ ਸ਼ੀਸ਼ ਨੂੰ ਸਪਰਸ਼ਿਆ ਏ ਤੇ ਇੱਕਦਮ ਮਾਤਾ ਜੀ ਦੇ ਨੇਤਰਾਂ ਵਿੱਚੋਂ ਬਰਾਗ ਉਛਲ ਪਿਆ। ਵੇਖੀ ਦੀਆਂ ਸਾਰੀਆਂ ਸੰਗਤਾਂ ਵਿਸਮਾਦ ਰਸ ਵਿੱਚ ਚਲੀਆਂ ਗਈਆਂ। ਮਾਤਾ ਗੁਜਰ ਕੌਰ ਜੀ ਨੇ ਨਮਸਕਾਰ ਕੀਤੀ, ਸਤਿਗੁਰੂ ਜੀ ਨੇ ਆਪ ਪਿਤਾ ਜੀ ਦੇ ਪਾਵਨ ਸ਼ੀਸ਼ ਨੂੰ ਨਮਸਕਾਰ ਕੀਤੀ। ਸਾਰੀਆਂ ਗੁਰਮਤਿ ਅਨੁਸਾਰ ਰੀਤਾਂ ਕਰਦਿਆਂ ਹੋਇਆਂ ਚੰਦਨ ਦੀ ਚਿਖਾ ਸਜਾ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਿਤਾ ਸਤਿਗੁਰੂ ਜੀ ਦੇ ਪਾਵਨ ਸ਼ੀਸ਼ ਦਾ ਅੰਤਮ ਸੰਸਕਾਰ ਕੀਤਾ ਅਤੇ ਜੋ ਅਕਾਲ ਬੁੰਗਾ ਸਾਹਿਬ ਹੈ ਸ਼ੀਸ਼ਗੰਜ ਸਾਹਿਬ ਜੀ ਦੇ ਸਾਹਮਣੇ, ਇੱਥੇ ਸਤਿਗੁਰਾਂ ਜੀ ਨੇ ਸਾਰੀ ਇਕੱਠੀ ਹੋਈ ਸੰਗਤ ਨੂੰ ਸੰਬੋਧਨ ਕੀਤਾ। ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਦਾ ਭਾਣਾ ਮੰਨਣ ਵਾਸਤੇ ਸਿੱਖਿਆ ਦ੍ਰਿੜਾਈ ਅਤੇ ਪਿਤਾ ਜੀ ਦੀ ਸ਼ਹਾਦਤ ਮਜ਼ਲੂਮਾਂ ਵਾਸਤੇ ਹੋਈ। ਕਿਹਾ ਕਿ ਤਿਲਕ ਤੇ ਜੰਝੂ ਦੀ ਖਾਤਰ ਪਿਤਾ ਜੀ ਨੇ ਸ਼ਹਾਦਤ ਦਿੱਤੀ ਹੈ। ਜ਼ੁਲਮ ਰਾਜ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾਸ਼ ਕਰਨ ਲਈ ਆਪ ਦੀ ਸ਼ਹਾਦਤ ਦਿੱਤੀ ਹੈ। ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਅੰਦਰ ਵੀਰ ਰਸ ਭਰਨਾ ਕੀਤਾ। ਇਉਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ੀਸ਼ ਦਾ ਅੰਤਮ ਸੰਸਕਾਰ ਜਿਹੜਾ ਉਹ ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਹੋਇਆ। ਇੱਧਰ ਦਿੱਲੀ ਦੇ ਅੰਦਰ ਜਿੱਥੇ ਸਤਿਗੁਰੂ ਜੀ ਦਾ ਪਾਵਨ ਧੜ ਜਿਹੜਾ ਹੈ ਉਸੇ ਹੀ ਥਾਂ ਤੇ ਪਿਆ ਹੋਇਆ ਹੈ ਤੇ ਨਰੰਗਾ ਜ਼ਾਲਮ ਚਾਹੁੰਦਾ ਹੈ ਕਿ ਸ਼੍ਰੀ ਗੁਰੂ ਜੀ ਤੇ ਧੜ ਦੀ ਮੈਂ ਬੇਅਦਬੀ ਕਰਦਿਆਂ ਤੇ ਇੱਥੇ ਹੀ ਮਹਾਰਾਜ ਦਾ ਧੜ ਜਿਹੜਾ ਉਹ ਰੁਲਦਾ ਰਹੇ। ਇਸ ਤਰ੍ਹਾਂ ਦੀ ਇਹਦੀ ਇੱਛਾ ਹੈ, ਪਰ ਇਹ ਸੋਚ ਸਕਦਾ ਹੋਏਗਾ ਤਾਂ ਉਹ ਨਾ ਜੋ ਵਾਹਿਗੁਰੂ ਨੂੰ ਭਾਉਂਦਾ ਏ। ਕਿਵੇਂ ਦਿੱਲੀ ਦੇ ਸਿੱਖ ਫਿਰ ਜਾਨ ਤਲੀ ਤੇ ਧਰ ਕੇ ਮਹਾਰਾਜ ਦੇ ਧੜ ਦੇ ਅੰਤਮ ਸੰਸਕਾਰ ਦੀ ਸੇਵਾ ਕਰਦੇ ਹੈ, ਉਹ ਆਪਾਂ ਪ੍ਰਸੰਗ ਦੁਆਰਾ ਸਰਵਣ ਕਰੀਏ। ਜਿੰਨਾ ਵੀ ਸਮਾਂ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਆਓ ਲੱਖੀ ਸ਼ਾਹ ਵਣਜਾਰੇ ਦੀ ਸੇਵਾ ਦਾ ਜੋ ਕਬੀਰਾ ਜ਼ਿਕਰ ਕਰਦੇ ਹੈ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੁਤੋ ਲਬਾਣਾ ਸਿੱਖ ਤਹਿ। ਲਬਾਣਾ ਸਿੱਖ ਤਿਸ ਥਾਂ ਦੇ ਉੱਤੇ ਦਿੱਲੀ ਦੇ ਵਿੱਚ ਬ੍ਰਿਖਬ ਬ੍ਰਿੰਦ ਜਿਹ ਪਾਸ, ਜਿਹਦੇ ਕੋਲ ਬਹੁਤ ਸਾਰੇ ਬ੍ਰਿਖਬ ਜਿਹੜੇ ਹਨ, ਬਲਦ ਹਨ, ਬੈਲ ਗੱਡੀਆਂ ਹਨ। ਗਿਣਤੀ ਬਿਖੈ 1010, ਤੇ ਇਹ 10,000 ਗਿਣਤੀ ਹੈ ਇਹਨਾਂ ਬੈਲਾਂ ਦੀ, ਬੈਲ ਗੱਡੀਆਂ ਦੀ। ਵੇਖ ਲਓ ਕਿੱਡੇ ਤਗੜੇ ਵਪਾਰੀ ਹੋਣਗੇ ਲੱਖੀ ਸ਼ਾਹ ਜੀ। 10,000 ਬੈਲ ਗੱਡੀ ਹੈ ਇਹਨਾਂ ਦੇ ਕੋਲ। ਨਿਕਟ ਰੱਖੈ ਗਨ ਦਾਸ, ਤੇ ਬਹੁਤੇ ਸੇਵਕ ਜਿਹੜੇ ਐ ਉਹ ਵੀ ਇਹਨਾਂ ਨੇ ਆਪਣੇ ਨਾਲ ਰੱਖੇ ਹੋਏ ਆ ਕੰਮ ਕਰਨ ਵਾਸਤੇ। ਚਉਪਈ ਗੁਰ ਕਾਰਨ ਕੋ ਸੁਨ ਦੁਖ ਪਾਇਓ। ਜਦੋਂ ਸਤਿਗੁਰਾਂ ਜੀ ਦੀ ਸ਼ਹਾਦਤ ਦਾ ਸਾਰਾ ਕਾਰਨ ਸੁਣਿਆ
ਤੇ ਲੱਖੀ ਸ਼ਾਹ ਨੇ ਬਹੁਤ ਮਨ ਵਿੱਚ ਦੁੱਖ ਪਾਉਣਾ ਕੀਤਾ। ਦਰਸ ਬਲੋਕਨ ਕੇ ਹਿਤ ਆਇਓ। ਮਹਾਰਾਜ ਜੀ ਦੇ ਦਰਸ਼ਨ ਵੇਖਣ ਨੂੰ ਇੱਥੇ ਚੱਲ ਕਰਕੇ ਆਏ ਸੀਗੇ ਲੱਖੀ ਸ਼ਾਹ ਜੀ। ਤਰੇ ਬ੍ਰਿਛ ਕੇ ਗੁਰ ਧਰ ਪਰਿਓ। ਜਦੋਂ ਆ ਕਰਕੇ ਵੇਖਿਆ ਹੈ, ਕਿਉਂਕਿ ਪਹਿਲੋਂ ਇੱਕ ਵਾਰੀ ਜਿਹੜਾ ਹੈ ਕਾਰਜ ਕਰਨ ਤੋਂ ਸਾਰਾ ਕੁਝ ਵੇਖ ਕੇ ਗਏ ਆ ਲੱਖੀ ਸ਼ਾਹ ਜੀ। ਗੁਰੂ ਸਾਹਿਬ ਜੀ ਦੇ ਜਿੱਥੇ ਮਹਾਰਾਜ ਸ਼ਹਾਦਤ ਦਿੱਤੀ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ, ਲੱਖੀ ਸ਼ਾਹ ਜੀ ਆਏ ਆ ਪਹਿਲੋਂ ਤੇ ਵੇਖਿਆ ਕਿ ਸ੍ਰੀ ਗੁਰੂ ਜੀ ਦਾ ਧੜ ਜਿਹੜਾ ਹੈ ਉਵੇਂ ਹੀ ਉੱਥੇ ਪਿਆ ਹੋਇਆ ਏ। ਦੇਖ ਬਿਲੋਚਨ ਮਹਿ ਜਲ ਭਰਿਓ। ਤੇ ਵੇਖ ਕਰਕੇ ਅੱਖਾਂ ਦੇ ਵਿੱਚ ਨੇਤਰਾਂ ਵਿੱਚ ਜਲ ਭਰ ਆਇਆ। ਹਮ ਸਿੱਖਿਅਨ ਕੋ ਧਿਕ ਬਹੁ ਭਾਰੀ। ਤੇ ਆਪਣੇ ਆਪ ਨੂੰ ਕਹਿੰਦੇ ਐ ਕਿ ਸਾਨੂੰ ਸਿੱਖਾਂ ਨੂੰ ਤਰਕਾਰ ਹੈ ਸਾਡੀ ਸਿੱਖੀ ਨੂੰ। ਇਮ ਸਤਿਗੁਰ ਕੀ ਦਸ਼ਾ ਨਿਹਾਰੀ। ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹੋ ਜੀ ਦਸ਼ਾ ਹਾਲਤ ਅਸੀਂ ਆਪਣੀਆਂ ਅੱਖਾਂ ਨਾਲ ਵੇਖੀ ਹੈ। ਪ੍ਰਥਮ ਆਪਣੇ ਪ੍ਰਾਨ ਨਾ ਦਏ। ਸਤਿਗੁਰੂ ਜੀ ਦੇ ਸ਼ਹੀਦ ਹੋਣ ਤੋਂ ਪਹਿਲਾਂ ਅਸੀਂ ਆਪਣੇ ਪ੍ਰਾਣ ਪਹਿਲੋਂ ਕਿਉਂ ਨਾ ਦੇ ਦਿੱਤੇ। ਤੁਰਕ ਤਰਾਸ ਤੇ ਦੁਰ ਦੁਰ ਗਏ। ਸਾਰੇ ਸਿੱਖ ਦਿੱਲੀ ਦੇ ਤੁਰਕ ਬਾਦਸ਼ਾਹ ਜ਼ਾਲਮ ਨਰੰਗੇ ਦੇ ਡਰ ਤੋਂ ਲੁਕ ਲੁਕ ਕੇ ਘਰਾਂ 'ਚ ਬੈਠ ਗਏ ਐ। ਸੁਨ ਡਿੰਡਮ ਕੋ ਕਿਨਹੂ ਨਾ ਮਾਨੀ। ਕਿਸੇ ਨੇ ਵੀ ਇਸ ਪ੍ਰਕਾਰ ਜਿਹੜਾ ਸੀ ਨਾ, ਜਦੋਂ ਨਰੰਗੇ ਨੇ ਡਿੰਡਮ ਪਟਵਾਇਆ ਤੇ ਉਹ ਕਿਸੇ ਨੇ ਵੀ ਇਹ ਗੱਲ ਮੰਨੀ ਨਾ ਜਦੋਂ ਢੰਡੋਰਾ ਲਾਇਆ, ਕਿਉਂਕਿ ਉਸਨੇ ਕਿਹਾ ਸੀ ਜਿਹੜਾ ਸਿੱਖ ਹੈ ਉਹ ਆਪਣਾ ਜਿਹੜਾ ਆ ਕਰਕੇ ਦੱਸੇ ਕਿ ਮੈਂ ਗੁਰੂ ਜੀ ਦਾ ਸਿੱਖ ਹਾਂ ਤੇ ਮਹਾਰਾਜ ਦਾ ਧੜ ਲੈ ਲਵੇ ਆ ਕਰਕੇ, ਕਿਉਂਕਿ ਚਾਹੁੰਦਾ ਸੀ ਜਿਹੜਾ ਦੱਸੇ ਉਸ ਨੂੰ ਵੀ ਨਾਲ ਹੀ ਮਰਵਾਵਾਂ। ਇਉਂ ਕਿਸੇ ਨੇ ਵੀ ਸਿੱਖ ਨੇ ਜਿਹੜਾ ਅੱਗੇ ਹੋ ਕਰਕੇ ਨਹੀਂ ਆਖਿਆ ਕਿ ਮੈਂ ਸਿੱਖ ਹਾਂ। ਹਮ ਨਹਿ ਸਿੱਖ ਨਾ ਦੇ ਮਤ ਹਾਨੀ। ਇਉਂ ਅਸੀਂ ਨਹੀਂ ਸਿੱਖ, ਕਿਸੇ ਨੇ ਵੀ ਅੱਗੇ ਹੋ ਕੇ ਨਹੀਂ ਕਿਹਾ ਕਿ ਮੈਂ ਸਿੱਖ ਹਾਂ, ਸਗੋਂ ਕਿਹਾ ਕਿ ਅਸੀਂ ਨਹੀਂ ਸਿੱਖ, ਕਿਉਂਕਿ ਡਰ ਗਏ ਕਿ ਕਿਤੇ ਮਤਾ ਮਾਰ ਹੀ ਨਾ ਦੇਵੇ। ਸਸਕਾਰਨ ਕੋ ਕਰੋ ਉਪਾਉ। ਇਉਂ ਭਾਈ ਲੱਖੀ ਸ਼ਾਹ ਨੇ ਮਨ ਵਿੱਚ ਸੋਚਿਆ ਕਿ ਸੱਚੇ ਪਾਤਸ਼ਾਹ ਜੀ ਦੇ ਧੜ ਦੇ ਸੰਸਕਾਰ ਕਰਨ ਦਾ ਮਨਾ ਕੋਈ ਉਪਾਅ ਯਤਨ ਕਰੀਏ। ਜਥਾ ਨਾ ਜਾਣ ਸਕਹਿ ਨਰ ਕਾਊ। ਜਿਸ ਤਰ੍ਹਾਂ ਕੋਈ ਜਾਣ ਹੀ ਨਾ ਸਕੇ, ਇਸ ਤਰ੍ਹਾਂ ਤਰੀਕੇ ਦੇ ਨਾਲ ਮਹਾਰਾਜ ਦੇ ਧੜ ਦਾ ਅੰਤਮ ਸੰਸਕਾਰ ਕਰਾਂ ਕਿ ਕਿਸੇ ਨੂੰ ਪਤਾ ਹੀ ਨਾ ਚੱਲ ਸਕੇ। ਬਿਦਤ ਕਰੋ ਹੋਏ ਨਾ ਸੰਸਕਾਰਾ। ਜੇ ਪ੍ਰਗਟ ਜ਼ੋਰ ਨਾਲ ਕਰਾਂਗਾ ਤੇ ਫਿਰ ਸੰਸਕਾਰ ਨਹੀਂ ਹੋ ਸਕੇਗਾ, ਕਿਉਂਕਿ ਜ਼ੋਰ ਨਾਲ ਪ੍ਰਤੱਖ ਆ ਕੇ ਆਪਣੀ ਜਾਨ ਤਾਂ ਦੇ ਸਕਦੇ ਆ ਲੱਖੀ ਸ਼ਾਹ ਜੀ, ਪਰ ਸ੍ਰੀ ਗੁਰੂ ਜੀ ਦੇ ਧੜ ਦੇ ਸੰਸਕਾਰ ਦੀ ਸੇਵਾ ਨਹੀਂ ਹੋ ਸਕੇਗੀ। ਇਸ ਕਰਕੇ ਸਿੱਖ ਨੇ ਨੀਤੀ ਮਨ ਵਿੱਚ ਵਿਚਾਰ ਲਈ ਹੈ। ਕਹੇ ਕਿ ਦੇਹ ਮੋਹ ਕੋ ਮਾਰਾ। ਜਾਂ ਕਹਿੰਦੇ ਮੈਨੂੰ ਵੀ ਫੜ ਲੈਣਗੇ, ਕਾਰਾਗ੍ਰਹਿ 'ਚ ਪਾ ਦੇਣਗੇ, ਜਾਂ ਫਿਰ ਮਾਰ ਦੇਣਗੇ ਜੇ ਮੈਂ ਜ਼ੋਰ ਨਾਲ ਕਰਨ ਦਾ ਯਤਨ ਕੀਤਾ। ਗੁਰੂ ਸਹਾਇਕ ਹੋਹਿ ਜਿ ਮੇਰੇ। ਜੇ ਗੁਰੂ ਸਾਹਿਬ ਜੀ ਮੇਰੇ ਸਹਾਇਕ ਹੋਣ। ਛਪ ਕਰ ਲੈ ਗਮਨੋਹ ਕਿਸ ਬੇਰੇ। ਤੇ ਛੁਪ ਕਰਕੇ ਲੁਕ ਕਰਕੇ ਗੁਰੂ ਸਾਹਿਬ ਜੀ ਦਾ ਧੜ ਲੈ ਕੇ ਇਥੋਂ ਕਿਸੇ ਹੋਰ ਪਾਸੇ ਚਲਿਆ ਜਾਵਾਂ। ਕਰਿਓ ਮਨੋਰਥ ਘਰ ਹਟ ਗਇਓ। ਇਉਂ ਇੱਛਾ ਕੀਤੀ ਲੱਖੀ ਸ਼ਾਹ ਜੀ ਨੇ। ਸਾਰਾ ਉਥੋਂ ਜਿਹੜਾ ਸੀ ਨਾ ਹਾਲ ਵੇਖ ਕੇ ਚਾਂਦਨੀ ਚੌਂਕ ਦਾ, ਇਉਂ ਸੋਚਦੇ ਹੋਏ ਆਪਣੇ ਘਰ ਨੂੰ ਮੁੜ ਆਏ ਐ। ਅਨੁਕ ਉਪਾਏ ਸੋ ਚਿਤਵਤ ਭਇਓ। ਤੇ ਅਨੇਕਾਂ ਪ੍ਰਕਾਰ ਦੇ ਉਪਾਅ ਜਿਹੜੇ ਸੀ ਫਿਰ ਚਿੱਤ ਵਿੱਚ ਸੋਚਣ ਲੱਗ ਪਏ। ਬ੍ਰਿਖਬ ਬ੍ਰਿੰਦ ਇਕੱਠੇ ਕਰਵਾਏ। ਬਹੁਤ ਸਾਰੇ ਜਿਹੜੇ ਬਲਦ ਸੀ ਉਹ ਸਾਰੇ ਇਕੱਠੇ ਕਰਵਾ ਲਏ। ਕਿਤਕ ਸਕਟ ਮਹਿ ਤੂਲ ਭਰਾਹੇ। ਤੇ ਕਿੰਨਿਆਂ ਕ ਗੱਡਿਆਂ ਦੇ ਵਿੱਚ ਰੂੰ ਜਿਹੜਾ ਸੀ ਉਹ ਭਰਵਾਉਣਾ ਕੀਤਾ। ਕਰੇ ਇਕੱਤਰ ਆਪਣੇ ਨਰਗਨ। ਸਾਰੇ ਜਿੰਨੇ ਵੀ ਆਪਣੇ ਲੋਕ ਸਨ ਨਾ ਸੰਗੀ, ਉਹ ਇਕੱਠੇ ਕਰ ਲਏ ਲੱਖੀ ਸ਼ਾਹ ਜੀ ਨੇ। ਠਾਨਿਓ ਯਤਨ ਕੀਨ ਨਿਰਣੈ ਮਨ। ਤੇ ਇਉਂ ਯਤਨ ਕੀਤਾ ਤੇ ਮਨ ਦੇ ਅੰਦਰ ਨਿਰਣਾ ਕਰ ਲਿਆ ਕਿ ਇਸ ਤਰ੍ਹਾਂ ਕਰਾਂਗੇ। ਸਕਟ ਭਰੇ ਪ੍ਰਥਮੇ ਪਹੁੰਚਾਏ। ਜਿਹੜੇ ਰੂੰ ਦੇ ਭਰੇ ਹੋਏ ਗੱਡੇ ਸੀ ਨਾ ਉਹ ਪਹਿਲੋਂ ਅੱਗੇ ਤੋਰ ਦਿੱਤੇ। ਕੁਛ ਮਿਸ ਕਰ ਤਿਸ ਥਾਨ ਟਿਕਾਏ। ਤੇ ਕੁਝ ਬਹਾਨੇ ਨਾਲ ਪਿੱਛੇ ਟਿਕਾ ਲਏ ਐ। ਹਾਂਕ ਦਿਓ ਬ੍ਰਿਖ ਭਨ ਕੋ ਲਾਰਾ। ਜਿਹੜੀ ਇਹ ਲਾਰਾ ਕਤਾਰ ਵੈ ਨਾ ਸਾਰੀ ਦੀ ਸਾਈ ਇਹ ਬਲਦਾਂ ਦੀ ਗੱਡਿਆਂ ਦੀ ਇਹ ਤੇ ਸਮੇਂ ਹਿੱਕ ਦਿੱਤੀ, ਭਾਵ ਚਲਾ ਦਿੱਤੀ ਹੈ। ਜਮਨਾ ਦਿਸ਼ ਕੋ ਪ੍ਰਥਮ ਸਿਧਾਰਾ। ਤੇ ਜਮਨਾ ਦੇ ਕੰਢੇ ਵੱਲ ਨੂੰ ਸਾਰੇ ਬਲਦ ਜਿਹੜੇ ਆ ਬਲਦਾਂ ਨੂੰ ਪਾਣੀ ਪਿਆਉਣ ਦੇ ਬਹਾਨੇ ਜਿਹੜੇ ਆ ਇਹ ਸਾਰੇ ਬਣਜਾਰੇ ਲੈ ਤੁਰੇ ਆ। ਨਿਗਾ ਮੋਦ ਜਹ ਘਟ ਕਹਾਵੈ। ਨਿਗਮ ਬੋਧ ਇਹ ਘਾਟ ਦਾ ਨਾਮ ਹੈ ਉੱਥੇ।
ਇਹ ਚਿਰ ਸਮੇਂ ਤੱਕ ਰਿਹਾ ਇੱਥੇ। ਬਹੁਤ ਲੋਕ ਇਸ਼ਨਾਨ ਵੀ ਇਸ ਘਾਟ ਰਾਹੀਂ ਜਮਨਾ ਵਿੱਚ ਕਰਦੇ ਰਹੇ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਅਸਥਾਨ ਨੂੰ ਇੱਥੋਂ ਹੀ ਸਿੱਧਾ ਰਸਤਾ ਪਹਿਲੋਂ ਜਾਇਆ ਕਰਦਾ ਸੀਗਾ। ਇਸ ਪ੍ਰਕਾਰ ਉਹ ਜਿਹੜਾ ਨਿਗਮ ਬੋਧ ਘਾਟ ਹੈ ਜਮਨਾ ਦਾ, ਤਿਸ ਦਿਸ਼ ਬ੍ਰਿਖਬਨ ਬ੍ਰਿੰਦ ਚਲਾਵੈ। ਉਸ ਪਾਸੇ ਵੱਲ ਨੂੰ ਬਹੁਤੇ ਜਿਹੜੇ ਬਲਦ ਸੀ ਤੇ ਸਮੇਂ ਚਲਾਏ ਐ। ਤਰਨ ਤਨੂਜਾ ਕੇ ਤਟ ਹੋਏ। ਇਉਂ ਜਿਹੜੀ ਇਹ ਜਮਨਾ ਹੈ ਇਹਦੇ ਕੰਢੇ ਦੇ ਨੇੜੇ ਆ ਗਏ ਐ ਤਿਤ ਕੇ ਪੌਰ ਪ੍ਰਵੇਸ਼ਿਓ ਸੋਏ। ਤੇ ਇਸ ਦੇ ਪਾਸੇ ਵੱਲ ਜਿਹੜਾ ਪੌੜ ਹੈ ਨਾ, ਜਿਹੜਾ ਮੁੱਖ ਦਰਵਾਜ਼ਾ, ਉਧਰੋਂ ਦੀ ਅੰਦਰ ਪ੍ਰਵੇਸ਼ ਹੋਏ ਐ। ਸੰਗ ਸੰਬੂਹ ਲੁਬਾਣਾ ਕਰੇ। ਸਾਰੇ ਲਬਾਣੇ ਸਿੱਖਾਂ ਨੂੰ ਆਪਣੇ ਨਾਲ ਕੀਤਾ ਹੋਇਆ ਜਿਹੜੇ ਸੰਗੀ ਹਨ। ਪੁਸ਼ਟ ਲਸ਼ਟਕਾ ਕੰਦੇ ਧਰੇ। ਤੇ ਇਹਨਾਂ ਨੇ ਚੰਗੀਆਂ ਚੰਗੀਆਂ ਜਿਹੜੀਆਂ ਲਸ਼ਟਕਾਂ ਸੋਟੀਆਂ ਨੇ ਉਹ ਆਪਣੇ ਮੋਢਿਆਂ ਤੇ ਧਰੀਆਂ ਹੋਈਆਂ ਨੇ। ਬੈਲ ਹਾਂਕਣੀ ਬੋਲਤ ਬੋਲੀ। ਆਪਣੇ ਮੂੰਹ ਤੋਂ ਬੈਲਾਂ ਨੂੰ ਹੱਕਣ ਵਾਲੀ ਚਲਾਉਣ ਵਾਲੀ ਬੋਲੀ ਬੋਲਦੇ ਐ। ਇਸ ਪ੍ਰਕਾਰ ਜਿਵੇਂ ਡੰਗਰਾਂ ਨੂੰ ਤੋਰਨ ਵਾਸਤੇ ਬੋਲਦੇ ਐ, ਉਹ ਬੋਲੀ ਨੂੰ ਬੋਲਦੇ ਹਨ। ਸਾਂ ਭਤ ਇਤ ਉਤ ਤੇ ਕਰ ਟੋਲੀ। ਤੇ ਇਉਂ ਇਧਰੋਂ ਉਧਰੋਂ ਸਾਂਭਦੇ ਹੋਏ ਚੱਲ ਰਹੇ ਬੜੇ ਧਿਆਨ ਦੇ ਨਾਲ ਸਾਰੇ ਹੀ ਆਪਣੇ ਇਉਂ ਬਲਦਾਂ ਨੂੰ ਲੈ ਕਰਕੇ। ਜਬ ਤੇ ਸਾਹਿਬ ਕੀਨ ਸੁਭਾਣਾ। ਜਦੋਂ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸ਼ਹੀਦੀ ਦਾ ਭਾਣਾ ਵਰਤਾਇਆ ਏ, ਵੱਡੇ ਬੇਗ ਤੇ ਬਾਇਓ ਪਲਾਣਾ। ਵੱਡੇ ਵੇਗ ਦੇ ਨਾਲ ਹਵਾ ਜਿਹੜੀ ਆ ਉਹ ਚੱਲ ਰਹੀ ਹੈ। ਕਦੇ ਥੰਮ ਜਾਂਦੀ ਹੈ, ਕਦੇ ਫਿਰ ਹਨੇਰੀ ਪੂਰੇ ਤੇਜ਼ ਨਾਲ ਚੱਲ ਪੈਂਦੀ ਹੈ। ਜਦੋਂ ਤੋਂ ਮਹਾਰਾਜ ਸ਼ਹਾਦਤ ਦਿੱਤੀ ਹੈ, ਉਡੇ ਗਰਦ ਫੈਲੀ ਬਹੁ ਰੈਨ। ਤੇ ਸਾਰੀ ਜਿਹੜੀ ਆ ਆਕਾਸ਼ ਵੱਲ ਨੂੰ ਨਾ ਗਰਦ ਜਿਹੜੀ ਹੈ ਉੱਡ ਉੱਡ ਕੇ ਜਿਹੜੀ ਹੈ 4 ਚੁਫੇਰੇ ਫੈਲੀ ਹੋਈ ਹੈ। ਰਾਤ ਨੂੰ ਵੀ ਇਹ ਗਰਦ ਉੱਡਦੀ ਰਹਿੰਦੀ ਹੈ। ਨਰ ਨਾਰਨ ਕੇ ਪੂਰੇ ਨੈਣ। ਪੁਰਸ਼ ਇਸਤਰੀਆਂ ਸਭ ਦੀਆਂ ਅੱਖਾਂ ਇਹ ਗਰਦ ਨੇ ਭਰ ਦਿੱਤੀਆਂ ਨੇ। ਮਸਲੇ ਹੱਥਨ ਸਾਥ ਕਨੇਰੇ। ਤੇ ਇਉਂ ਹੱਥਾਂ ਦੇ ਨਾਲ ਆਪਣੀਆਂ ਅੱਖਾਂ ਨੂੰ ਹੀ ਬਹੁਤੇ ਮਸਲਦੇ ਹਨ ਜਦੋਂ ਘੱਟਾ ਅੱਖਾਂ ਵਿੱਚ ਪੈ ਜਾਂਦਾ ਏ। ਵਸਤਰਨ ਸੰਗ ਅਛਾਦਤ ਹੇਰੇ। ਤੇ ਕਈਆਂ ਨੇ ਆਪਣੇ ਮੂੰਹ ਜਿਹੜੇ ਆ ਉਹ ਵਸਤਰਾਂ ਨਾਲ ਢੱਕ ਲਏ ਐ ਕਿ ਅੱਖਾਂ ਵਿੱਚ ਮਿੱਟੀ ਰੇਤ ਨਾ ਪਵੇ। ਆਤਪ ਮੰਦ ਭਈ ਸਭ ਠੌਰਾ। ਜਦੋਂ ਇੰਨੀ ਜ਼ਿਆਦੀ ਧੂੜ ਉੱਡ ਰਹੀ ਐ ਤੇ ਜਿਹੜੀ ਧੁੱਪ ਆ ਉਹ ਸਭ ਥਾਵਾਂ ਤੇ ਥੋੜੀ ਘਟ ਗਈ ਐ। ਧੁੱਪ ਜਿਹੜੀ ਆ ਉਹ ਜਿਹੜੀ ਮੱਧਮ ਪੈ ਗਈ ਹੈ। ਛਾਦਿਓ ਭਾਨ ਤੇਜ ਭਾ ਥੋਰਾ। ਤੇ ਇਹਦਾ ਜਿਹੜਾ ਸੀ ਪ੍ਰਤਾਪ ਤੇਜ ਭਾਵ ਸੂਰਜ ਦਾ ਉਹ ਥੋੜਾ ਹੋ ਗਿਆ, ਧੂੜ ਨਾਲ ਢੱਕਿਆ ਗਿਆ। ਮਾਨਵ ਕਿਤਕ ਬਰੇ ਘਰ ਮਾਹੀ। ਕਿੰਨੇ ਕੁ ਲੋਕ ਆਪਣੇ ਘਰਾਂ ਵਿੱਚ ਵੜ ਗਏ ਐ। ਦਿਨ ਮਲੀਨ ਪਿਖ ਨਿਕਸੇ ਨਾਹੀ। ਇਹੋ ਜਿਹਾ ਮਲੀਨ ਦਿਨ ਵੇਖ ਕੇ ਕਿ 4 ਚੁਫੇਰੇ ਮਿੱਟੀ ਮਿੱਟੀ ਉੱਡਦੀ ਪਈ ਐ, ਘਰੋਂ ਹੀ ਨਹੀਂ ਨਿਕਲੇ ਹਨ। ਬ੍ਰਿੰਦ ਬਿਖਬ ਜਬ ਬਰੇ ਬਾਜ਼ਾਰ। ਜਦੋਂ ਇੰਨੇ ਜ਼ਿਆਦੇ ਬਲਦ ਬਾਜ਼ਾਰ ਦੇ ਵਿੱਚ ਵੜ ਗਏ ਐ ਪਸਰੀ ਧੂਰ ਭਇਓ ਅੰਧਕਾਰ। ਤੇ ਸਗੋਂ ਹੀ ਬਲਦਾਂ ਦੇ ਖੁਰਾਂ ਨਾਲ ਇੰਨੀ ਮਿੱਟੀ ਉੱਡੀ ਕਿ 4 ਚੁਫੇਰਾ ਅੰਧਕਾਰ ਹੀ ਛਾ ਗਿਆ। ਧੂੜ ਹੀ ਧੂੜ ਛਾ ਗਈ। ਕੋਲ ਖਲੋਤਾ ਬੰਦਾ ਵੀ ਦਿਸਣਾ ਔਖਾ ਹੋ ਗਿਆ। ਇਕ ਤਉ ਬਾਇਓ ਕੁਫੇਰੀ ਬਹੈ। ਇੱਕ ਤਾਂ ਹਵਾ ਵੀ ਜਿਹੜੀ ਆ ਉਹ ਕੁਫੇਰੀ ਜਿਹੜੀ ਆ ਪੁੱਠੀ ਚੱਲ ਰਹੀ ਹੈ। ਦੁਤੀਏ ਬ੍ਰਿਖਬ ਉਡਾਈ ਅਹੈ। ਤੇ ਦੂਸਰੀ ਬਲਦਾਂ ਨੇ ਖੁਰਾਂ ਨਾਲ ਉਡਾ ਦਿੱਤੀ ਬਹੁਤ ਜ਼ਿਆਦੀ ਧੂੜ। ਸੂਦੇ ਚੱਲ ਬਾਜ਼ਾਰ ਕੋ ਆਏ। ਤੇ ਇਹਨਾਂ ਦਾ ਜੋ ਆਸ਼ਾ ਸੀ ਭਾਈ ਲੱਖੀ ਸ਼ਾਹ ਜੀ ਦਾ, ਉਹ ਸਿੱਧੇ ਹੀ ਚੱਲਦੇ ਹੋਏ ਬਾਜ਼ਾਰ ਵਾਲੇ ਥਾਂ ਨੂੰ ਆ ਗਏ ਹਨ। ਦੇਖੇ ਨਰਨ ਬੈਲ ਸਮੁਦਾਏ। ਵੇਖਿਆ ਸਿਪਾਹੀਆਂ ਨੇ ਕਿ ਬਹੁਤ ਸਾਰੇ ਬੈਲ ਗੱਡੀਆਂ ਵਾਲੇ ਆਉਂਦੇ ਆ। ਇਤ ਉਤ ਟਰੇ ਕਾਹਲੀ ਪਾਏ। ਜਿਹੜੇ ਇਸ ਪ੍ਰਕਾਰ ਬਹੁਤੇ ਲੋਕ ਇਕੱਠੇ ਸੀਗੇ, ਉਹ ਜਦੋਂ ਕਾਹਲੀ ਨਾਲ ਇਉਂ ਬਲਦਾਂ ਨੂੰ ਤੋਰ ਰਹੇ ਆ ਤੇ ਬਲਦਾਂ ਤੋਂ ਆਪਣੇ ਬਚਾਅ ਕਰਨ ਵਾਸਤੇ ਇੱਧਰ ਉੱਧਰ ਨੂੰ ਟਲ ਗਏ ਆ। ਆਪ ਕੋ ਗਏ ਬਚਾਏ। ਆਪਣੇ ਆਪ ਨੂੰ ਬਚਾਉਣ ਲਈ ਸਾਰੇ ਇੱਧਰ ਉੱਧਰ ਹੋ ਗਏ। ਬੋਲਤ ਉੱਚੇ ਬੈਲ ਹਟਾਵਤ। ਉੱਚੀ ਉੱਚੀ ਬੋਲਦੇ ਹੋਏ ਬੈਲਾਂ ਨੂੰ ਹਟਾਉਂਦੇ ਆ। ਕਾਰਾਗ੍ਰਿਹ ਬਾਜ਼ਾਰ ਕੋ ਜਾਵਤ। ਜਿੱਧਰ ਕਾਰਾਗ੍ਰਹਿ ਆ ਨਾ,
ਉਸੇ ਬਾਜ਼ਾਰ ਨੂੰ ਜਾਂਦੇ ਹਨ। ਚੌਕੀਦਾਰ ਸਿਪਾਹੀ ਖਰੇ ਅੱਗੇ ਚੌਕੀਦਾਰ ਸਿਪਾਹੀ ਖੜੇ ਹਨ ਪਹਿਰੇ ਦੇ ਉੱਪਰ। ਗੁਰ ਕੀ ਲੋਥ ਬਿਲੋਕਨ ਕਰੇ ਸੱਚੇ ਪਾਤਸ਼ਾਹ ਜੀ ਦੇ ਧੜ ਵੱਲ ਵੇਖ ਰਹੇ ਐ ਨਿਰੰਤਰ। ਕਹੇ ਸ਼ਾਹ ਕੇ ਨਹਿ ਸਸਕਾਰੀ ਬਾਦਸ਼ਾਹ ਨਰੰਗੇ ਦਾ ਹੁਕਮ ਐਸਾ ਚਾੜਿਆ ਹੋਇਆ ਜ਼ਾਲਮਾਨਾ ਤੇ ਸਤਿਗੁਰੂ ਜੀ ਦੇ ਧੜ ਦਾ ਸੰਸਕਾਰ ਨਹੀਂ ਕੀਤਾ ਏ। ਛਪ ਕੇ ਲੇਹ ਨਾ ਸੇ ਰਖਵਾਰੀ ਤੇ ਕੋਈ ਲੁਕ ਕੇ ਕੋਈ ਗੁਰੂ ਜੀ ਦਾ ਧੜ ਨਾ ਚੁੱਕ ਕੇ ਲੈ ਜਾਵੇ, ਇਸ ਕਰਕੇ ਬੜੀ ਸਖਤਾਈ ਕੀਤੀ ਹੈ ਨਰੰਗੇ ਨੇ। ਥੋਰੋ ਦਿਵਸ ਰਹਿਓ ਤਬ ਆਏ ਜਦੋਂ ਦਿਨ ਜਿਹੜਾ ਸੀ ਥੋੜਾ ਰਹਿ ਗਿਆ, ਕਿਉਂਕਿ ਉਸੇ ਤਰੀਕੇ ਨਾਲ ਹੀ ਚੱਲੇ ਸੀਗੇ ਇਹ ਸਾਰੇ ਦਾ ਨੂੰ ਵਿਚਾਰ ਕਰਕੇ ਲੱਖੀ ਸ਼ਾਹ ਜੀ ਭਈ ਭੀਰ ਬ੍ਰਿਖਬਨ ਸਮੁਦਾਏ ਬਹੁਤ ਜ਼ਿਆਦੀ ਗੱਡਿਆਂ ਦੀ ਬਲਦਾਂ ਦੀ ਭੀੜ ਹੋ ਗਈ ਬਾਜ਼ਾਰ ਦੇ ਅੰਦਰ। ਇਤ ਉਤ ਕਰਤ ਬ੍ਰਿੰਦ ਬਨ ਜਾਰੇ ਬਹੁਤੇ ਬਣਜਾਰੇ ਜਿਹੜੇ ਆ ਉਹਨਾਂ ਨੂੰ ਦਿਖਾਉਣ ਲਈ ਇੱਧਰ ਉੱਧਰ ਕਰਦੇ ਆ ਆਪਣੇ ਬਲਦਾਂ ਨੂੰ, ਬੈਲ ਗੱਡਿਆਂ ਨੂੰ। ਪਹੁੰਚੇ ਗੁਰ ਧਰ ਜਾਏ ਨਿਹਾਰੇ ਜਦੋਂ ਸੱਚੇ ਪਾਤਸ਼ਾਹ ਜੀ ਜਿੱਥੇ ਸ਼ਹੀਦ ਹੋਏ ਆ ਚਾਂਦਨੀ ਚੌਂਕ ਦੇ ਅੰਦਰ, ਉੱਥੇ ਜਦੋਂ ਜਾ ਪਹੁੰਚੇ ਹਨ ਗੱਡਿਆਂ ਸਮੇਤ ਲੱਖੀ ਸ਼ਾਹ ਜੀ, ਤੇ ਸੱਚੇ ਪਾਤਸ਼ਾਹ ਜੀ ਦੇ ਧੜ ਦਾ ਜਦੋਂ ਦਰਸ਼ਨ ਕੀਤਾ ਏ, ਮਿਲ ਬੈਲਨ ਤਹਿਲਾਓ ਚੱਲ ਗਏ ਬੈਲਾਂ ਸਮੇਤ ਮਿਲ ਕਰਕੇ ਜਦੋਂ ਉੱਥੇ ਤੱਕ ਪਹੁੰਚ ਗਏ ਜਾ ਕਰਕੇ, ਹੇਤ ਉਠਾਵਨ ਕੇ ਹਠ ਕੀਏ ਸੱਚੇ ਪਾਤਸ਼ਾਹ ਜੀ ਦਾ ਧੜ ਤੇ ਸਮੇਂ ਉਠਾਉਣ ਲਈ ਸਿੱਖਾਂ ਨੇ ਹੱਠ ਕੀਤਾ, ਭਾਵ ਬਹੁਤ ਯਤਨ ਕਰਨਾ ਕੀਤਾ। ਹੇਰ ਭੀਰ ਬ੍ਰਿਖਬਨ ਕੀ ਬੜੀ ਬਹੁਤ ਜ਼ਿਆਦੀ ਬਲਦਾਂ ਦੀ ਵੱਡੀ ਭੀੜ ਵੇਖ ਕਰਕੇ ਰਾਖੇ ਆਪਨ ਥਾਨ ਕੋ ਛੱਡੀ ਤੇ ਜਿਹੜੇ ਰਖਵਾਲੀ ਕਰ ਰਹੇ ਸੀ, ਧੂੜ ਹੀ ਇੰਨੀ ਜ਼ਿਆਦੀ ਅੱਖਾਂ 'ਚ ਪੂਰੀ ਗਈ, ਕੋਲ ਖਲੋਤਾ ਬੰਦਾ ਨਹੀਂ ਦਿਸਦਾ। ਇਸ ਸਮੇਂ ਉਹ ਗੱਡਿਆਂ ਨੂੰ ਹਟਾਉਣ ਲਈ ਜਿਹੜੇ ਸੀ ਨਾ ਪਹਿਰੇਦਾਰ, ਉਧਰ ਨੂੰ ਬਣਜਾਰਿਆਂ ਵੱਲ ਨੂੰ ਉਲਝ ਗਏ। ਤਰਜਤ ਬਰਚਤ ਹੈ ਬਹੁ ਤੇਰੇ ਬਹੁਤ ਜ਼ਿਆਦਾ ਉਹਨਾਂ ਨੂੰ ਤਾੜਨ ਲੱਗੇ ਤੇ ਸਮੇਂ ਡਰ ਦੇ ਕਰਕੇ ਕਿ ਚਲੋ ਆਪਣੇ ਗੱਡਿਆਂ ਨੂੰ ਲੈ ਕੇ ਪਾਸੇ ਹਟਣਾ ਕਰੋ। ਉਹ ਗੱਡਿਆਂ ਵਾਲਿਆਂ ਦੇ ਵਣਜਾਰਿਆਂ ਦੇ ਵਿੱਚ ਹੀ ਤੇ ਸਮੇਂ ਗੱਡਿਆਂ ਨੂੰ ਜਿਹੜੇ ਚਲਾ ਰਹੇ ਆ ਉਹਨਾਂ ਵੱਲ ਨੂੰ ਉਲਝ ਗਏ ਹਨ। ਤੂੰ ਕੁਲਾਹਲ ਹੋਤ ਬਡੇਰੇ ਤਾਂ ਵੀ ਬਹੁਤ ਰੌਲਾ ਜਿਹੜਾ ਹੈ ਉਹ ਪੈਣ ਲੱਗ ਪਿਆ। ਉਹ ਉਹਨਾਂ ਨੂੰ ਹਟਾਉਂਦੇ ਆ, ਉਹ ਜਾਣ ਕੇ ਇਸ ਤਰ੍ਹਾਂ ਬਲਦਾਂ ਨੂੰ ਸਗੋਂ ਹੀ ਜਿਹੜਾ ਹੈ ਮੋੜਦੇ ਆ, ਆਪਣੇ ਵੱਲੋਂ ਦਿਖਾਉਂਦੇ ਆ ਕਿ ਅਸੀਂ ਇਹਨਾਂ ਨੂੰ ਪਕੜ ਰਹੇ ਆ, ਪਰ ਬਲਦ ਜਿਹੜੇ ਆ ਉਹ ਇਸ ਪ੍ਰਕਾਰ ਜਿਹੜੇ ਆ ਸਗੋਂ ਉਧਰ ਨੂੰ ਤੁਰਦੇ ਆ। ਬੜਾ ਭਾਰੀ ਰੌਲਾ ਪੈ ਰਿਹਾ ਏ। ਸਕਟਨ ਕੇ ਗੜਵਾਨ ਪੁਕਾਰਤ ਜਿਹੜੇ ਗੱਡਿਆਂ ਨੂੰ ਚਲਾਉਣ ਵਾਲੇ ਗੜਵਾਨ ਮੈਂ ਭਾਵ ਉਹਨਾਂ ਨੂੰ ਚਲਾਉਣ ਵਾਲੇ ਆ, ਉੱਚੀ ਉੱਚੀ ਬੋਲਦੇ ਆ। ਗਨ ਬਨਜਾਰੇ ਊਚ ਉਚਾਰਤ ਤੇ ਉੱਚੀ ਉੱਚੀ ਵਣਜਾਰੇ ਸਾਰੇ ਬੋਲਦੇ ਹਨ। ਗਰਦ ਉਡਨ ਤੇ ਛਾਦੇ ਨੈਣ ਇੰਨੀ ਜ਼ਿਆਦੀ ਧੂੜ ਉੱਡੀ ਆ, ਗਰਦ ਉੱਡੀ ਆ ਕਿ ਅੱਖਾਂ ਸਾਰਿਆਂ ਦੀਆਂ ਬੰਦ ਹੋ ਗਈਆਂ। ਗਏ ਨਿਕਟ ਹਟ ਹਟ ਕਹਿ ਬੈਨ ਇਉਂ ਨੇੜੇ ਚਲੇ ਗਏ, ਹਟ 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 ਕਰਦੇ ਹੋਏ, ਜਿਵੇਂ ਪਸ਼ੂਆਂ ਨੂੰ ਨਹੀਂ ਮੋੜੀਦਾ, ਇਉਂ ਕਰਦੇ ਕਰਦੇ ਸਾਰੇ ਜਿਹੜੇ ਸੀ ਨਾ ਇਹ ਗੱਡੇ ਲੈ ਕਰਕੇ ਗੁਰੂ ਸਾਹਿਬ ਜੀ ਦੇ ਧੜ ਦੇ ਨੇੜੇ ਚਲੇ ਗਏ। ਦਾਵਤ ਕਾਏ ਸਕਲ ਦਿਸ਼ ਦੇਖਾ ਦਾਵ ਤੱਕਿਆ ਫਿਰ ਲੱਖੀ ਸ਼ਾਹ ਜੀ ਨੇ ਸਭ ਵੱਲ ਨੂੰ, ਇਉਂ ਚੌਹਾਂ ਦਿਸ਼ਾਵਾਂ ਵੱਲ ਨੂੰ ਬੜੀ ਕਾਹਲੀ ਨਾਲ ਤੱਕਿਆ। ਗੁਰ ਮਾਇਆ ਬਿਰਮਾਏ ਅਸ਼ੇਖਾ ਸੱਚੇ ਪਾਤਸ਼ਾਹ ਜੀ ਦੀ ਇਹੋ ਜੀ ਕਲਾ ਵਰਤੀ, ਇਹ ਸੱਚੇ ਪਾਤਸ਼ਾਹ ਜੀ ਨੇ ਕੋਈ ਇਹੋ ਜਿਹਾ ਕੌਤਕ ਵਰਤਾ ਦਿੱਤਾ। ਧਰ ਦਿਸ਼ ਦ੍ਰਿਸ਼ਟ ਨਾ ਕਿਸ ਕੀ ਹੇਰੀ ਵੇਖਿਆ ਲੱਖੀ ਸ਼ਾਹ ਜੀ ਨੇ ਕਿ ਮਹਾਰਾਜ ਦੇ ਧੜ ਵੱਲ ਇਸ ਸਮੇਂ ਕਿਸੇ ਦੀ ਵੀ ਨਿਗਾਹ ਨਹੀਂ। ਜਿੰਨੇ ਸਿਪਾਹੀ ਖਲੋਤੇ ਐ ਉਹਨਾਂ ਦੀਆਂ ਅੱਖਾਂ ਪੂਰੀਆਂ ਹੋਈਆਂ, ਮਲਦੇ ਹੋਏ ਅੱਖਾਂ, ਤੇ ਬਲਦਾਂ ਨੂੰ ਹਟਾਉਣ ਵਾਸਤੇ ਸਾਰੇ ਉਹ ਗਡਵਾਨਾਂ ਦੇ ਵਿੱਚ ਉਲਝ ਗਏ ਆ। ਨਰ ਪੰਚੋ ਉਚਾਏ ਤਿਸ ਬੇਰੀ ਲੱਖੀ ਸ਼ਾਹ ਜੀ ਨੇ ਪੰਜਾਂ ਨੂੰ ਨਾਲ ਲੈ ਕੇ ਨਾ ਸਾਥੀਆਂ ਨੂੰ ਸੱਚੇ ਪਾਤਸ਼ਾਹ ਜੀ ਦੇ ਧੜ ਦਾ ਜਾ ਘੇਰਾ ਘੱਤਿਆ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਲਹੂ ਨਾਲ ਲੱਥ-ਪੱਥ ਧੜ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਧੜ ਦੇ ਉੱਪਰ ਉਸੇ ਵੇਲੇ ਚਿੱਟਾ ਚਾਦਰਾ ਪਾਇਆ। ਲੱਖੀ ਸ਼ਾਹ ਨੇ ਮਹਾਰਾਜ ਦੇ ਚਰਨਾਂ ਨੂੰ ਪਰਸਿਆ ਅਤੇ ਹਜੂਰ ਦੇ ਧੜ ਨੂੰ ਤੇ ਸਮੇਂ ਚੱਕ ਲਿਆ। ਤਤ ਛਿਨ ਤੂਲ ਸਕਟ ਢਿਗ ਲਿਆਏ ਬੜੀ ਛੇਤੀ ਨਾਲ ਜਿਹੜਾ ਰੂੰ ਦਾ ਭਰਿਆ ਹੋਇਆ ਗੱਡਾ ਉੱਥੇ ਮਹਾਰਾਜ ਦਾ ਧੜ ਲੈ ਕੇ ਆ ਗਏ। ਭਲੀ ਪ੍ਰਕਾਰ ਬੀਚ ਪਹੁਟਾਏ ਬੜੀ ਚੰਗੀ ਤਰ੍ਹਾਂ ਨਾਲ ਮਹਾਰਾਜ ਦਾ ਧੜ ਜਿਹੜਾ ਸੀ ਰੂੰ ਦੇ ਗੱਡੇ ਦੇ ਵਿੱਚ ਲੁਕਾ ਲਿਆ। ਕਰਤ ਸ਼ੀਘਰਤਾ ਬੁੱਧ ਉਪਜਾਵੇ ਬੜੀ ਸ਼ੀਘਰਤਾ ਕਾਹਲੀ ਕਰਦੇ ਐ ਇਹ ਸਿੱਖਾਂ ਨੇ, ਬੜੀ ਬੁੱਧੀ ਨਾਲ ਬੜੇ ਤਰੀਕੇ ਨਾਲ ਕਾਹਲੀ ਦੇ ਨਾਲ ਸਾਰੀ ਸੇਵਾ ਕਰ
ਕਰਨ ਲਈ। ਇਤ ਉਤ ਹੇਰਤ ਸਰਬ ਦੁਰਾਵੈ। ਤੇ ਇੱਧਰ ਉੱਧਰ ਵੇਖਦੇ ਆ, ਸਾਰਿਆਂ ਤੋਂ ਲੁਕਾ ਕਰਕੇ ਇਹ ਕਾਰਜ ਕੀਤਾ। ਘਨੀ ਤੂਲ ਤੇ ਛਾਦਨ ਕੀਨੇ। ਤੇ ਬਹੁਤ ਜ਼ਿਆਦੇ ਰੂੰ ਦੇ ਨਾਲ ਮਹਾਰਾਜ ਦਾ ਧੜ ਉੱਤੋਂ ਜਿਹੜਾ ਸੀ ਉਹ ਲੁਕਾ ਲਿਆ। ਜਿਸ ਪ੍ਰਕਾਰ ਕੋ ਸਕੇ ਨਾ ਚੀਨੇ। ਇਸ ਤਰ੍ਹਾਂ ਲੁਕਾਇਆ ਕੋਈ ਜਾਣ ਹੀ ਨਾ ਸਕੇ। ਮਨ ਹੀ ਮਨ ਮਨਾਏ ਔਰ ਧਰੈ। ਤੇ ਉਸ ਗੱਡੇ ਨੂੰ ਆਪ ਲੱਖੀ ਸ਼ਾਹ ਜੀ ਚਲਾਉਂਦੇ ਹੋਏ ਮਨ ਹੀ ਮਨ ਅਰਦਾਸਾਂ ਕਰਦੇ ਐ, ਸ੍ਰੀ ਗੁਰੂ ਜੀ ਦੇ ਚਰਨਾਂ ਨੂੰ ਮਨਾਉਂਦੇ ਐ। ਆਪਨੋ ਕਾਜ ਆਪ ਗੁਰ ਕਰੈ। ਸੱਚੇ ਪਾਤਸ਼ਾਹ ਜੀ, ਮੈਂ ਕੌਣ ਹਾਂ ਸੇਵਾ ਕਰਨ ਵਾਲਾ, ਆਪਣਾ ਕਾਰਜ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਪੂਰਾ ਕਰ ਲਓ। ਕਰ ਬੰਧਨ ਕੋ ਹਟ ਕਰ ਗਏ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੰਦਨਾ ਕਰਦੇ ਐ ਤੇ ਹਟ ਕਰਕੇ ਆਪਣੇ ਕਾਰਜ ਨੂੰ ਹੁਣ ਪੂਰਿਆਂ ਕਰਨ ਲਈ ਮੁੜ ਪਏ ਆ ਵਾਪਸੀ ਨੂੰ। ਬੈਲਨ ਬੀਚ ਇਤਹਿ ਉਤ ਭਏ। ਤੇ ਬੈਲਾਂ ਦੇ ਵਿੱਚ ਇੱਧਰ ਉੱਧਰ ਜਿਹੜੇ ਐ ਸਾਰੇ ਹੋ ਗਏ ਆ, ਖਿਲਰ ਗਏ ਆ। ਫਿਰ ਲਾਰਾ ਗਮਨਿਓ ਜਾਤ ਅਗਾਰੀ। ਅੱਗੇ ਅੱਗੇ ਸਾਰਾ ਇਹ ਲਾਰਾ ਕਤਾਰ ਜਿਹੜੀ ਐ ਬੈਲਾਂ ਦੀ, ਬੈਲ ਗੱਡੀਆਂ ਦੀ, ਇਹ ਜਾ ਰਹੀ ਹੈ। ਹਾਂਕਤ ਜਾਤ ਬੋਲ ਤੇ ਭਾਰੀ। ਉੱਚੀ ਉੱਚੀ ਭਾਰੀ ਬੋਲ ਬੋਲਦੇ ਹੋਏ ਹੱਕਦੇ ਜਾਂਦੇ ਐ। ਵਾਯੂ ਬ੍ਰਿਖਬਨ ਧੂਲ ਉਡਾਈ। ਬਹੁਤ ਜ਼ਿਆਦੀ ਇਹ ਬਲਦਾਂ ਦੇ ਖੁਰਾਂ ਨੇ ਸਗੋਂ ਹੀ ਧੂੜ ਉਡਾਈ ਹੈ ਆਕਾਸ਼ ਨੂੰ। ਸਭ ਕੀ ਦ੍ਰਿਸ਼ਟ ਬਿਲੋਚਨ ਛਾਈ। ਸਾਰਿਆਂ ਦੀਆਂ ਅੱਖਾਂ ਜਿਹੜੀਆਂ ਬੰਦ ਹੋ ਗਈਆਂ, ਦਿਸਦਾ ਨਹੀਂ ਕਿਸੇ ਨੂੰ ਕੁਝ ਵੀ। ਪੁਰ ਕੇ ਪੌਰ ਨਿਕਸ ਜਬ ਗਏ। ਜਦੋਂ ਇਹ ਨਗਰ ਦਾ ਦਰਵਾਜ਼ਾ ਨਿਕਲ ਗਏ ਆ ਉਸ ਦਿਸ਼ਾ ਤੋਂ ਬਾਹਰ ਨੂੰ, ਸਕਟ ਤਿਆਰ ਚਲਬੇ ਕਉ ਭਏ। ਗੱਡੇ ਜਦੋਂ ਚੱਲਣ ਵਾਸਤੇ ਤਿਆਰ ਹੋਏ ਸਾਰੇ, ਆਏ ਸਿਪਾਹੀ ਦੇਖਣ ਲਾਗੇ। ਆਏ ਸਿਪਾਹੀ ਜਦੋਂ ਉੱਥੇ ਤੇ ਧੂੜ ਘਟੀ ਥੋੜੀ ਜੀ ਵੇਖਣ ਲੱਗੇ ਆ। ਸਤਿਗੁਰ ਕੋ ਧਰ ਲਖਿਓ ਨਾ ਆਗੇ। ਇਹ ਅੱਗੇ ਕੀ ਵੇਖਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਧੜ ਨਹੀਂ ਹੈ। ਸਬਨ ਬਿਖੈ ਮਾਚਿਓ ਤਬ ਰੌਰਾ। ਤਦੋਂ ਸਾਰੇ ਸਿਪਾਹੀਆਂ ਦੇ ਅੰਦਰ ਉੱਥੇ ਰੌਲਾ ਮਚ ਗਿਆ। ਇਤ ਉਤ ਖੋਜਤ ਭੇ ਸਭ ਠਾਉਰਾ। ਇੱਧਰ ਉੱਧਰ ਸਭ ਥਾਵਾਂ ਤੇ ਮਹਾਰਾਜ ਜੀ ਦਾ ਧੜ ਖੋਜਣ ਲੱਗ ਪਏ। ਮਨ ਮਹਿਮਾਨਿਓ ਅਦਕ ਅਚੰਭਾ। ਮਨ ਦੇ ਅੰਦਰ ਸਭ ਨੇ ਬੜੀ ਹੈਰਾਨੀ ਮੰਨਣਾ ਕੀਤੀ ਇਹ ਕਿਨਹੂ ਬੜ ਦੰਭ ਅਰੰਭਾ। ਕਿ ਇਹ ਕਿੰਨੇ ਏਡਾ ਵੱਡਾ ਜਿਹੜਾ ਹੈ ਇਹ ਕਾਰਜ ਕੀਤਾ ਹੈ। ਬਹੁਤ ਜ਼ਿਆਦਾ ਇਉਂ ਯਤਨ ਕਰਕੇ ਜਿਹੜਾ ਧੜ ਕਿਨੇ ਉਠਾ ਲਿਆ ਹੈ। ਕੇਤਕ ਦੌਰੇ ਜਾਏ ਨਿਹਾਰੇ। ਕਿੰਨੇ ਕ ਦੌੜੇ ਜਾਂਦੇ ਆ ਸਿਪਾਹੀ, ਵੇਖਦੇ ਆ ਇੱਧਰ ਉੱਧਰ। ਬੈਲਨ ਸਹਿਤ ਜਿਤਕ ਬਨਜਾਰੇ। ਫਿਰ ਕਈਆਂ ਸਿਪਾਹੀਆਂ ਨੇ ਉਹ ਬੈਲਾਂ ਦੇ ਸਹਿਤ ਜਿੰਨੇ ਕ ਬਣਜਾਰੇ ਆ ਨਾ, ਸਭ ਨੂੰ ਘੇਰ ਲੈਣਾ ਕੀਤਾ। ਏਕ ਏਕ ਕਉ ਤਰਜਤ ਧਰ ਧਰ। ਇੱਕ ਇੱਕ ਨੂੰ ਤੇ ਸਮੇਂ ਤਾੜਨ ਲੱਗੇ ਐ। ਇੱਕ ਇੱਕ ਬੈਲ ਗੱਡੇ ਵਾਲੇ ਨੂੰ ਜਿਹੜਾ ਗੜਵਾਨ ਚਲਾ ਰਿਹਾ ਉਹਨੂੰ ਬੜਾ ਤੇ ਸਮੇਂ ਤਾੜਨ ਲੱਗੇ, ਪਕੜ ਲਏ ਸਾਰੇ ਗੱਡੇ ਸਿਪਾਹੀਆਂ ਨੇ। ਛੋਰਤ ਹੇਰਤ ਨਿਰਣੈ ਕਰ ਕਰ। ਤੇ ਇੱਕ ਇੱਕ ਗੱਡੇ ਨੂੰ ਫਿਰ ਨਿਰਣੇ ਕਰਕੇ ਵੇਖ ਵੇਖ ਕੇ ਚੰਗੀ ਤਰ੍ਹਾਂ ਤਲਾਸ਼ੀ ਲੈ ਲੈ ਕੇ ਛੱਡਣ ਲੱਗੇ। ਤਿਮਹੀ ਬ੍ਰਿਖਬ ਛੂਛ ਸਭ ਹੇਰੇ। ਜਿਵੇਂ ਸਾਰੇ ਜਿਹੜੇ ਗੱਡੇ ਐ, ਜਿਵੇਂ ਜਿਵੇਂ ਤਲਾਸ਼ੀ ਲੈਂਦੇ ਐ, ਜਿਵੇਂ ਜਿਵੇਂ ਪਰਖਦੇ ਐ, ਸਭ ਖਾਲੀ ਇਹਨਾਂ ਨੂੰ ਦਿਸ ਰਹੇ ਐ। ਅਪਰ ਨਰਨ ਖੋਜਤ ਫਿਰ ਫੇਰੇ। ਤੇ ਹੋਰ ਜਿਹੜੇ ਆ ਉਹਨਾਂ ਲੋਕਾਂ ਨੂੰ ਵੀ ਤੇ ਸਮੇਂ ਤਲਾਸ਼ੀ ਲੈਣ ਲੱਗ ਪਏ। ਸਭ ਰਾਹ ਬੰਦ ਕਰ ਦਿੱਤੇ, ਹੋਰਨਾਂ ਨੂੰ ਵੀ ਪੁੱਛ ਗਿੱਛ ਸ਼ੁਰੂ ਹੋ ਗਈ। ਇਮ ਦੇਖਤ ਸਕਟਨ ਢਿਗ ਆਏ। ਇਉਂ ਵੇਖਦੇ ਵੇਖਦੇ ਸਭ ਗੱਡਿਆਂ ਦੇ ਕੋਲ ਇਉਂ ਆ ਰਹੇ ਐ। ਵਾਰੀ ਵਾਰੀ ਸਭ ਗੱਡਿਆਂ ਦੀ ਤਲਾਸ਼ੀ ਲੈ ਰਹੇ ਐ। ਗਿਨਹਿ ਏਕ ਕਮਤੀ ਹੋਏ ਜਾਏ। ਜਦੋਂ ਗਿਣਦੇ ਆ ਗੱਡਿਆਂ ਨੂੰ ਤੇ ਇੱਕ ਗੱਡਾ ਉਹਨਾਂ ਕੋਲੋਂ ਘਟ ਜਾਂਦਾ ਏ। ਗੜਵਾਨਨ ਕੋ ਤਰਜਤ ਕਹੈ। ਤੇ ਬਹੁਤ ਜ਼ਿਆਦਾ ਗੱਡਿਆਂ ਨੂੰ ਚਲਾਉਣ ਵਾਲਿਆਂ ਨੂੰ ਤਾੜਦੇ ਹੋਏ ਸਿਪਾਹੀ ਕਹਿੰਦੇ ਆ, ਤੁਮ ਮਹਿ ਏਕ ਸਕਟ ਨਹਿ ਲਹੈ। ਕਿ ਤੁਹਾਡੇ ਵਿੱਚੋਂ ਇੱਕ ਗੱਡਾ ਜਿਹੜਾ ਉਹ ਨਹੀਂ ਲੱਭ ਰਿਹਾ। ਕਰਿਓ ਨਿਕਾਸਨ ਕਹਾ ਦੁਰਾਇਓ। ਕਿੱਧਰ ਨੂੰ ਕੱਢ ਦਿੱਤਾ ਤੇ ਕਿੱਥੇ ਲੁਕਾਇਆ ਹੈ ਉਹ ਗੱਡਾ। ਤਿਸ ਮਹਿ ਗੁਰ ਕੋ ਧਰ ਤੁਮ ਪਾਇਓ। ਉਹਦੇ ਵਿੱਚ ਤੁਸੀਂ ਗੁਰੂ ਸਾਹਿਬ ਦਾ ਧੜ ਜਿਹੜਾ ਉਹ ਚੱਕ ਲਿਆ ਏ। ਦੇਹੋ ਬਤਾਏ ਨਾ ਤੋ ਕਹਿ ਕੈਦ ਕਰੈ। ਦੱਸ ਦਿਓ, ਤਾੜਦੇ ਹੋਏ ਸਿਪਾਹੀ ਕਹਿੰਦੇ ਆ ਦੱਸ ਦਿਓ, ਨਹੀਂ ਤੇ ਕੈਦ ਪਾ ਕੇ ਮਾਰਾਂਗੇ। ਮਾਰ ਮਾਰ ਤੁਮ ਪ੍ਰਾਨ ਹਰੈ। ਮਾਰ ਮਾਰ ਕੇ ਜਾਨ ਕੱਢ ਦਿਆਂਗੇ। ਗਾਡੀ ਵਾਨਨ ਸ਼ਰਦਾ ਧਾਰੀ। ਗੜਵਾਨ ਜਿਹੜੇ ਸੀਨਾ ਬਣਜਾਰੇ, ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਇੱਕ ਗੱਡਾ ਇਹਨਾਂ ਕੋਲੋਂ ਮੱਤ ਮਾਰੀ ਗਈ, ਗਿਣਿਆ ਹੀ ਨਹੀਂ ਜਾਂਦਾ,
ਸ਼ਰਧਾ ਆ ਗਈ ਸਭ ਸਿੱਖਾਂ ਦੇ ਮਨ ਦੇ ਅੰਦਰ ਗਿਨਹਿ ਨ ਜਾਏ ਇਨਹੁ ਮਤ ਮਾਰੀ। ਇਹਨਾਂ ਦੀ ਮੱਤ ਮਾਰੀ ਗਈ, ਇਹਨਾਂ ਕੋਲੋਂ ਗਿਣਿਆ ਹੀ ਨਹੀਂ ਜਾ ਰਿਹਾ ਉਹ ਗੱਡਾ ਜਿਸ ਵਿੱਚ ਸ੍ਰੀ ਗੁਰੂ ਜੀ ਦਾ ਧੜ ਲਕਾਇਆ ਏ। ਨਿਰਭੈ ਹੋਏ ਕਰ ਬਾਕ ਬਖਾਨੈ। ਫਿਰ ਨਿਰਭੈ ਹੋ ਕੇ ਨਿਡਰ ਹੋ ਕਰਕੇ ਅੱਗੋਂ ਇਹ ਜਿਹੜੇ ਸੀ ਨਾ ਵਣਜਾਰੇ ਸਿੱਖ ਇਉਂ ਕਹਿਣ ਲੱਗੇ ਬਿਨਾ ਦੋਸ਼ ਕਿਸ ਪ੍ਰਾਨਨ ਹਾਨੈ। ਕਿ ਬਿਨਾਂ ਦੋਸ਼ ਤੋਂ ਤੁਸੀਂ ਕਿਹਦੇ ਐਵੇਂ ਪ੍ਰਾਣਾਂ ਨੂੰ ਕਿਹਦੀ ਜਾਨ ਨਾਸ਼ ਕਰਦੇ ਹੋਗੇ। ਹਜ਼ਰਤ ਕੇ ਘਰ ਨਿਆਉ ਕੇ ਨਾਹੀ। ਇਹ ਨਰੰਗੇ ਦੇ ਘਰ ਨਿਆਂ ਹੈ ਜਾਂ ਨਹੀਂ ਹੈ। ਇਉਂ ਸਗੋਂ ਅੱਗੋਂ ਬਾਹਲਾ ਤਾੜ ਕੇ ਕਹਿਣ ਲੱਗੇ ਕੈਸੇ ਕਰਹਿ ਕੈਦ ਕੇ ਮਾਹੀ। ਕਿ ਕਿਸੇ ਤਰ੍ਹਾਂ ਤੁਸੀਂ ਸਾਨੂੰ ਕੈਦ ਦੇ ਵਿੱਚ ਪਾ ਦਿਓਗੇ। ਨਿਕਟ ਥਰੇ ਹਮ ਗਏ ਨਾ ਕਿਉ ਹੂੰ। ਫਿਰ ਪੜੋ। ਨਿਕਟ ਥਰੇ ਹਮ ਗਏ ਨਾ ਕਿਉ ਹੂੰ। ਕਹਿੰਦਾ ਅਸੀਂ ਕਿਸੇ ਪਾਸੇ ਗਏ ਨਹੀਂ, ਇੱਥੇ ਹੀ ਖਲੋਤੇ ਆ ਤੇ ਆਪਣੀ ਤਸੱਲੀ ਕਰਨਾ ਕਰੋ। ਦੇਖ ਖੋਜ ਲਿਹੋ ਭਾਵਹਿ ਜਿਉ ਹੂੰ। ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਵੇਖ ਲਓ, ਖੋਜ ਲਓ, ਤਲਾਸ਼ੀ ਲੈ ਲਵੋ। ਗਿਨਹਿ ਸਕਟ ਸੋ ਗਿਨੇ ਨਾ ਜਾਹੀ। ਜਦੋਂ ਗਿਣਦੇ ਆ ਗੱਡਿਆਂ ਨੂੰ ਉਹ ਗੱਡਾ ਗਿਣਿਆ ਹੀ ਨਹੀਂ ਜਾਂਦਾ। ਬਿਖ ਕਰ ਲਖਿਓ ਸਾਚ ਇਹ ਪ੍ਰਾਹੀ। ਤੇ ਵੇਖ ਕਰਕੇ ਫਿਰ ਸਿਪਾਹੀਆਂ ਨੂੰ ਲੱਗਿਆ ਕਿ ਇਹ ਸੱਚ ਹੀ ਕਹਿੰਦੇ ਆ ਤੇ ਅੱਗੋਂ ਤਾੜ ਕੇ ਪੂਰਾ ਬੋਲੇ ਆ ਨਾ ਵਣਜਾਰੇ ਸਿੱਖ। ਕਹਿੰਦੇ ਐਵੇਂ ਕੈਦ ਪਾ ਦਿਓਗੇ ਜਦੋਂ ਇੱਥੇ ਖਲੋਤੇ ਆ, ਲਓ ਤਲਾਸ਼ੀ ਵੇਖੋ ਕਿਹਦੇ ਕੋਲ ਆ। ਤੇ ਜਦੋਂ ਉਹ ਤਾੜ ਕੇ ਕਿਹਾ ਸਿਪਾਹੀ ਤੇ ਸਮੇਂ ਠੰਬਰ ਗਏ ਕਿ ਹੈ ਨਹੀਂ ਇਹਨਾਂ ਕੋਲ, ਇਹਨਾਂ ਦੀ ਗਲਤੀ ਨਹੀਂ ਲੱਗਦੀ। ਇਸ ਤਰ੍ਹਾਂ ਸਿਪਾਹੀ ਜਿਹੜੇ ਆ ਉਹਨਾਂ ਨੇ ਗੱਡੇ ਛੱਡ ਦਿੱਤੇ ਆ। ਪੁਰ ਮਹਿ ਗਰੀ ਗਰੀ ਫਿਰ ਹੇਰੀ। ਤੇ ਨਗਰ ਦੀ ਗਲੀ ਗਲੀ ਸਿਪਾਹੀ ਜਿਹੜੇ ਆ ਫੌਜ ਸਾਰੀ ਹਰਲ ਹਰਲ ਕਰਦੀ ਫਿਰਦੀ ਆ, ਲੱਭਦੀ ਫਿਰਦੀ ਆ ਸੂਹਾਂ ਨੂੰ ਕਿ ਗੁਰੂ ਸਾਹਿਬ ਦਾ ਧੜ ਕਿੱਧਰ ਗਿਆ। ਪਾਏ ਨਾ ਖੋਜ ਫਿਰੇ ਤਿਸ ਬੇਰੀ। ਤੇ ਤਿਸ ਸਮੇਂ ਬਹੁਤੀ ਫੌਜ ਫਿਰੀ ਹੈ ਪਰ ਕਿਤੋਂ ਵੀ ਇਹਨਾਂ ਨੂੰ ਖੋਜ ਨਹੀਂ ਲੱਭੀ ਸੱਚੇ ਪਾਤਸ਼ਾਹ ਜੀ ਦੇ ਧੜ ਦੀ। ਗੜਵਾਨਨ ਸਭ ਸੰਗ ਬਖਾਨੇ। ਤੇ ਸਮੇਂ ਗੜਵਾਨ ਜਿਹੜੇ ਸੀ ਨਾ ਉਹਨਾਂ ਨੇ ਸਾਰਿਆਂ ਨੇ ਉਹ ਆਪਸ ਵਿੱਚ ਕਹਿਣਾ ਕੀਤਾ ਜੋਰ ਬ੍ਰਿਖ ਬਲੈ ਸਕਟ ਪਿਆਨੇ। ਤੇ ਕਿਹਾ ਕਿ ਛੇਤੀ ਗੱਡੇ ਜੋੜੋ ਤੇ ਇਥੋਂ ਚੇਤੀ ਨਾਲ ਚੱਲਣਾ ਕਰੀਏ ਕਿਉਂਕਿ ਬੈਲ ਉਹਨੇ ਵੱਖ ਕਰ ਦਿੱਤੇ ਸੀ ਸਿਪਾਹੀਆਂ ਤਲਾਸ਼ੀ ਕਰਦਿਆਂ ਹੋਇਆਂ। ਇਉਂ ਬੈਲ ਦੁਬਾਰਾ ਜੋੜ ਕਰਕੇ ਬੜੀ ਕਾਹਲੀ ਕਰਨਾ ਕੀਤੀ। ਸਨੇ ਸਨੇ ਚੱਲ ਕਹਿਤੇ ਆਏ। ਹੌਲੀ ਹੌਲੀ ਚੱਲ ਕਰਕੇ ਫਿਰ ਉਸ ਥਾਂ ਤੇ ਆ ਗਏ ਜਹ ਬਨ ਜਾਰੇ ਮਿਲ ਸਮੁਦਾਏ। ਜਿੱਥੇ ਰਹਿੰਦੇ ਐ ਸਮੁਦਾਇ ਬਹੁਤਾ ਇਕੱਠ ਵਣਜਾਰਿਆਂ ਦਾ ਮਿਲ ਕਰਕੇ। ਭਏ ਸਹਾਇਕ ਸਤਿਗੁਰ ਆਪੇ। ਆਪੇ ਸੱਚੇ ਪਾਤਸ਼ਾਹ ਜੀ ਸਹਾਇਕ ਹੋਏ ਇਉਂ ਜਾਣਦੇ ਆ ਸਾਰੇ। ਕਿਸੀ ਦੁਸ਼ਟ ਕੋ ਨਾ ਹਿਨ ਜਾਪੇ। ਕਿਸੇ ਦੁਸ਼ਟ ਨੂੰ ਪਤਾ ਹੀ ਨਹੀਂ ਲੱਗਾ ਮਹਾਰਾਜ ਨੇ ਇਹੋ ਜੀ ਕਲਾ ਫੇਰ ਦਿੱਤੀ। ਤੁਮ ਸਮੀਪ ਲਗ ਹਮ ਲੈ ਆਏ। ਸੱਚੇ ਪਾਤਸ਼ਾਹ ਜੀ ਮਹਾਰਾਜ ਤੁਹਾਡੀ ਕਿਰਪਾ ਨਾਲ ਇੱਥੇ ਤੱਕ ਲੈ ਆਏ ਹਾਂ। ਛਪ ਕਰ ਦੇ ਹੋ ਦਾਗ ਕਿਸ ਥਾਏ। ਤੇ ਹੁਣ ਛਪ ਕਰਕੇ ਭਾਵ ਬੜੇ ਗੁਪਤ ਤਰੀਕੇ ਨਾਲ ਮਹਾਰਾਜ ਦੇ ਧੜ ਦਾ ਅੰਤਮ ਸੰਸਕਾਰ ਕਰ ਦਈਏ। ਲੱਖੀ ਸ਼ਾਹ ਨੂੰ ਸਾਰੇ ਇਕੱਠੇ ਹੋ ਕੇ ਕਹਿੰਦੇ ਐ ਕਿ ਲੱਖੀ ਸ਼ਾਹ ਜੀ ਇਹ ਤੁਹਾਡੇ ਉਦਮ ਨਾਲ ਅਸੀਂ ਸੇਵਾ ਸਭ ਨੇ ਕਰ ਲਈ ਹੈ। ਬਿਲਮ ਕਰਨ ਕੀ ਬਾਤ ਨਾ ਆਛੇ। ਹੁਣ ਦੇਰੀ ਕਰਨ ਦੀ ਜਿਹੜੀ ਹੈ ਨਾ ਗੱਲ ਚੰਗੀ ਨਹੀਂ ਕਿਉਂਕਿ ਸਿਪਾਹੀ ਤਾਂ ਸੂਹਾਂ ਲੱਭਦੇ ਫਿਰਦੇ ਐ। ਮਹਾਰਾਜ ਸਾਹਿਬ ਜੀ ਦੇ ਧੜ ਕਿੱਥੇ ਚਲੇ ਗਿਆ ਇਉਂ ਸਭ ਥਾਵਾਂ ਦੇ ਉੱਤੇ ਫੌਜ ਤਲਾਸ਼ੀਆਂ ਲੈ ਰਹੀ ਹੈ। ਤੁਰਕ ਅਚੰਭੈ ਖੋਜਤ ਪਾਛੇ। ਤੇ ਬੜੇ ਹੈਰਾਨ ਹੋ ਕੇ ਤੁਰਕ ਜਿਹੜੇ ਆ ਪਿੱਛੇ ਖੋਜ ਲੱਭਦੇ ਫਿਰਦੇ ਆ। ਬਨ ਜਾਰੇ ਤਤਬੀਰ ਵਿਚਾਰੀ। ਤਦੋਂ ਇਉਂ ਬਣਜਾਰੇ ਸਿੱਖਾਂ ਨੇ ਨਾ ਤਰੀਕਾ ਇੱਕ ਵਿਚਾਰਨਾ ਕੀਤਾ ਲੱਖੀ ਸ਼ਾਹ ਜੀ ਨੇ। ਇਮ ਕੀਜੇ ਜਿਮ ਹਵੈ ਨਾ ਚਨਾਰੀ। ਕਹਿਣ ਲੱਗੇ ਇਉਂ ਕਰੀਏ ਫਿਰ ਜਿਵੇਂ ਕਿਸੇ ਨੂੰ ਪਤਾ ਹੀ ਨਾ ਲੱਗੇ, ਕੋਈ ਪਹਿਚਾਣ ਹੀ ਨਾ ਸਕੇ। ਛਪਰਨ ਕੇ ਘਰ ਕਿਤਕ ਬਣਾਏ। ਕਿੰਨੇ ਕਿ ਜਿਹੜੇ ਉਹ ਛੱਪਰਾਂ ਦੇ ਘਰ ਬਣਾਏ ਹੋਏ ਸੀਗੇ। ਤਿਨ ਮਹਿ ਬਸਤ ਹੁਤੇ ਸਮੁਦਾਏ। ਉਹਨਾਂ ਵਿੱਚ ਸਾਰਾ ਜਿਹੜਾ ਸੀ ਸਮੁਦਾਇਆ ਇਹਨਾਂ ਦਾ ਇਹ ਬਰਾਦਰੀ ਉੱਥੇ ਵਸਦੀ ਸੀਗੀ। ਵਸਤ ਸਕੇਲ ਨਿਕਾਰੀ ਸਾਰੀ। ਵਸਤੂਆਂ ਜਿਹੜੀਆਂ ਸੀ ਨਾ ਜੋ ਲੋੜਵੰਦ ਸੀ ਉਹ ਕੱਢ ਲਈਆਂ ਤੇ ਸਮੇਂ ਸਾਰੀਆਂ। ਚਿਖਾ ਤਿਨਹੁ ਕੇ ਬੀਚ ਉਸਾਰੀ। ਲੱਖੀ ਸ਼ਾਹ ਜੀ ਨੇ ਆਪਣੇ ਘਰ ਦੇ ਅੰਦਰ ਜਿਹੜੀ ਚਿਖਾ ਸੀ ਤੇ ਸਮੇਂ ਚੰਦਨ ਦੀ ਚਿਖਾ ਸਜਾਉਣਾ ਕੀਤੀ। ਨਰ ਗਨ ਮਿਲੇ ਕਾਜ ਤਤਕਾਲਾ। ਤੇ ਬਹੁਤੇ ਜਿਹੜੇ ਸਿੱਖ ਸੀ ਵਣਜਾਰੇ ਮਿਲੇ ਹੋਏ ਇਹ ਵੱਡਾ ਕਾਰਜ ਬੜੀ ਛੇਤੀ ਦੇ ਨਾਲ ਹੀ ਕਰ ਲਿਆ। ਕਰਤ ਭਏ ਤਰ ਭਾਉ ਵਿਸਾਲਾ। ਬੜਾ ਹਿਰਦੇ ਵਿੱਚ ਸ਼ਰਧਾ ਧਾਰ ਕੇ ਇਹ ਸਾਰੇ ਸੇਵਾ ਕਰ ਰਹੇ ਐ। ਸਭ ਛਪਰਨ ਕੋ ਅਗਨ ਲਗਾਈ। ਸਾਰੀਆਂ ਪਹਿਲਾਂ ਤਾਂ ਵਿਧੀ ਪੂਰਵਕ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਿੱਖਾ ਸਜਾ ਕਰਕੇ ਹਜੂਰ ਦਾ ਧੜ ਸਜਾਇਆ।
ਫਿਰ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਚਿਖਾ ਨੂੰ ਅਗਨੀ ਲਾਈ ਹੈ। ਇਉਂ ਫਿਰ ਸਾਰੀਆਂ ਹੀ ਜਿਹੜੀਆਂ ਛੱਪਰੀਆਂ ਸੀ ਨਾਲ ਹੀ ਉਹਨਾਂ ਨੂੰ ਵੀ ਅੱਗ ਲਾ ਦਿੱਤੀ। ਚਿਖਾ ਬੀਜ ਤਹਿ ਅਦਕ ਜਲਾਈ, ਤੇ ਵਿੱਚ ਜਿਹੜੀ ਚਿਖਾ ਸੀ ਉਹ ਪਹਿਲਾਂ ਅਦਕ ਬਹੁਤੀ ਜਿਹੜੀ ਸੀ ਜਲਾ ਦਿੱਤੀ ਸੀਗੀ। ਕਾਸ਼ਟ ਬਹੁਤ ਘ੍ਰਿਤ ਗਨ ਡਾਰਾ, ਬਹੁਤ ਜ਼ਿਆਦੀਆਂ ਇਉਂ ਲੱਕੜਾਂ ਤੇ ਬਹੁਤਾ ਘਿਓ ਜਿਹੜਾ ਸੀ ਸ੍ਰੀ ਗੁਰੂ ਜੀ ਦੀ ਪਾਵਨ ਚਿਖਾ ਦੇ ਅੰਦਰ ਸਿੱਖਾਂ ਨੇ ਸੇਵਾ ਕਰਦਿਆਂ ਪਾਉਣਾ ਕੀਤਾ। ਲਗੀ ਹੁਤਾਸਨ ਲਾਟ ਉਦਾਰਾ, ਤੇ ਬਹੁਤ ਅੱਗ ਦੀਆਂ ਲਾਟਾਂ ਆਕਾਸ਼ ਨੂੰ ਛੋਹਣ ਲੱਗੀਆਂ। ਅਰਧ ਜਲੀ ਤਬ ਰੌਰ ਮਚਾਇਓ, ਜਦੋਂ ਮਹਾਰਾਜ ਦੀ ਪਾਵਨ ਦੇਹੀ ਦਾ ਜਾਣਿਆ ਕਿ ਸੰਸਕਾਰ ਹੋ ਗਿਆ, ਫਿਰ ਇਹਨਾਂ ਬਾਹਰ ਪਤਾ ਨਾ ਕਿਸੇ ਨੂੰ ਚੱਲੇ ਰੌਲਾ ਪਾ ਦਿੱਤਾ ਕਿਨਹੁ ਆਨ ਇਤ ਅਗਨ ਲਗਾਇਓ, ਕਿ ਕਿਸੇ ਨੇ ਇੱਧਰ ਆ ਕਰਕੇ ਜਿਹੜੀ ਅੱਗ ਉਹ ਲਾ ਦਿੱਤੀ ਹੈ। ਇਤ ਉਤ ਫਿਰਤ ਬੁਝਾਵਤ ਮਨੋ, ਇੱਧਰ ਉੱਧਰ ਜਾਣ ਕੇ ਵਿਖਾਵਾ ਕਰਦੇ ਹੋਏ ਫਿਰਦੇ ਐ ਕਿ ਜਾਣੋ ਕਿ ਜਿਵੇਂ ਅਸੀਂ ਅੱਗ ਬੁਝਾਉਣ ਦਾ ਯਤਨ ਕਰਦੇ ਹਾਂ। ਦੂਤ ਕੇ ਨੇਰੇ ਸਭਨੇ ਸੁਨੋ, ਦੂਰ ਨੇੜੇ ਸਭ ਨੂੰ ਇਉਂ ਹੀ ਲੱਗਿਆ ਕਿ ਝੌਂਪੜੀਆਂ ਨੂੰ ਅੱਗ ਲੱਗ ਗਈ ਹੈ। ਇਸ ਪ੍ਰਕਾਰ ਕੋਈ ਭੇਦ ਜਾਣ ਹੀ ਨਹੀਂ ਸਕਿਆ। ਲੱਖੀ ਸ਼ਾਹ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਧੜ ਦਾ ਇਉਂ ਅੰਤਮ ਸੰਸਕਾਰ ਕੀਤਾ। ਫਿਰ ਜਦੋਂ ਚਿਖਾ ਜਿਹੜੀ ਸੀ ਸ਼ਾਂਤ ਹੋਈ, ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਤ ਸੁੰਦਰ ਗਾਗਰ ਵਿੱਚ ਪਾ ਕਰਕੇ ਧਰਤੀ ਦੀ ਗੋਦ ਵਿੱਚ ਉੱਥੇ ਹੀ ਰੱਖ ਦਿੱਤੇ ਤੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਫਿਰ ਜੋਤ ਜਗਾਈ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕੀਤੀਆਂ। ਕੀਰਤਨ ਕੀਤਾ ਸਿੱਖਾਂ ਨੇ ਇਕੱਠਿਆਂ ਹੋ ਕਰਕੇ। ਉਹ ਥਾਂ ਗੁਰਦੁਆਰਾ ਰਕਾਬਗੰਜ ਸਾਹਿਬ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਅਸਥਾਨ ਦੀ ਜਿਹੜੀ ਗਾਗਰ ਸੀ, ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਰਦਾਰ ਬਘੇਲ ਸਿੰਘ ਜੀ ਨੇ ਆਪਣੇ ਸਮੇਂ ਵਿੱਚ ਉਸ ਦੀ ਖੋਜ ਕਰਵਾਈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਨੰਦੇੜ ਨੂੰ ਸਤਿਗੁਰਾਂ ਜੀ ਨੇ ਚਾਲਾ ਪਾਇਆ ਤੇ ਹਜੂਰ ਦਿੱਲੀ ਆਏ ਸੀ ਨਾ, ਉਦੋਂ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਨੇ ਪਿਤਾ ਜੀ ਦੇ ਸ਼ਹਾਦਤ ਦੇ ਅਸਥਾਨ ਦੇ ਉੱਤੇ ਨਿਸ਼ਾਨ ਕਾਇਮ ਕੀਤਾ। ਸਮਾਂ ਪਾ ਕੇ ਭਾਵੇਂ ਜਿਹੜਾ ਸੀ ਰਕਾਬਗੰਜ ਸਾਹਿਬ ਅਸਥਾਨ ਅਲੋਪ ਹੋਇਆ, ਪਰ ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਹੈ ਜਰਨੈਲ ਬਘੇਲ ਸਿੰਘ ਜੀ ਨੇ ਇਹਨਾਂ ਅਸਥਾਨਾਂ ਦੀ ਫਿਰ ਖੋਜ ਕੇ ਜਿਹੜੀ ਸੀ ਸੇਵਾ ਕਰਵਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅੱਜ ਸ਼ਹੀਦੀ ਗੁਰਪੁਰਬ ਹੈ ਤੇ ਮਹਾਰਾਜ ਦੀ ਸ਼ਹਾਦਤ ਨੂੰ ਨਮਸਕਾਰ ਕਰਦਿਆਂ ਹੋਇਆਂ ਸਤਿਗੁਰਾਂ ਜੀ ਦੀ ਸ਼ਹੀਦੀ ਦੇ ਉੱਪਰ ਅੱਜ ਇਹ ਕਥਾ ਹੋਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀ ਸਾਰੀ ਅਵਸਥਾ 54 ਸਾਲ 7 ਮਹੀਨੇ ਤੇ 7 ਦਿਨ ਦੀ ਸੱਚੇ ਪਾਤਸ਼ਾਹ ਜੀ ਨੇ ਸਾਰੀ ਸਰੀਰਕ ਆਜੂ ਜਿਹੜੀ ਸੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਭੋਗੀ। 10 ਸਾਲ 7 ਮਹੀਨੇ ਤੇ 18 ਦਿਨ ਸਤਿਗੁਰਾਂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ ਦੇ ਉੱਤੇ ਵਿਰਾਜਮਾਨ ਹੋ ਕਰਕੇ ਜੀਆਂ ਨੂੰ ਸਦਗਤੀ ਪ੍ਰਦਾਨ ਕੀਤੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਦੀਨ ਦਿਆਲ ਸਤਿਗੁਰੂ ਜੀ ਦਾ ਅੱਜ ਸ਼ਹੀਦੀ ਗੁਰਪੁਰਬ ਹੈ। ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮਿਹਰ ਕਰੋ, ਸਾਨੂੰ ਸਿੱਖੀ ਬਖਸ਼ੋ। ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਵਾਸਤੇ ਆਪਣੇ ਸ਼ੀਸ਼ ਦਾ ਬਲੀਦਾਨ ਦਿੱਤਾ, ਉਹ ਐਸੀ ਅਕਿਰਤ ਗਣ ਕੌਮ ਬਣੀ। ਜਦੋਂ 84 ਦਾ ਵਕਤ ਆਇਆ ਸੀ, ਉਸੇ ਹੀ ਸਤਿਗੁਰਾਂ ਜੀ ਦੇ ਪਾਵਨ ਅਸਥਾਨ ਤੇ ਬਾਹਰ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਪਾ ਕਰਕੇ ਸਿੱਖਾਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਤਿਲਕ ਤੇ ਜੰਝੂ ਦੀ ਖਾਤਰ ਦਿੱਤੀ। ਇਹਨਾਂ ਨੂੰ ਹਿੰਦੁਸਤਾਨ ਦੀ ਜਿਹੜੀ ਸੀਗੀ ਸੱਤਾ ਉਹ ਪ੍ਰਾਪਤ ਹੋਈ। ਅੱਜ ਵੀ ਹਾਲਾਤ ਇਹੋ ਜਿਹੇ ਬਣੇ ਹੋਏ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਮਤ ਦੇ ਉੱਪਰ ਇਹ ਬੜੇ ਜ਼ਾਲਮਾਨਾ ਵਾਰ ਕਰਦੇ ਹੈ। ਕਿਸਾਨ ਆਪਣੇ ਹੱਕਾਂ ਲਈ ਸੜਕਾਂ ਦੇ ਉਤਰੇ ਹੋਏ ਹੈ। ਹਕੂਮਤ ਦੇ ਉੱਪਰ ਕੋਈ ਅਸਰ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਹੀ ਜਾਣਦੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ, ਦਿਸ਼ਾ ਨਿਰਦੇਸ਼ ਕਿਹੋ ਜਿਹੇ ਹੋਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਕੌਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਦਾ ਹੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਣੀਆਂ ਰਹਿਣ। ਮਹਾਰਾਜ ਦੀ ਸਿੱਖੀ ਮਨ ਬਾਣੀ ਸਰੀਰ ਕਰਕੇ ਕਮਾਈਏ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਇਤ ਉਤ ਫਿਰਤ ਬੁਝਾਵਤ ਮਨੋ, ਦੂਤ ਕੇ ਨੇਰੇ ਸਭਨੇ ਸੁਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ,
हे पूरन हे ਸਰਬ ਮੈਂ ਦੁਖ ਭੰਜਨ ਗੁਣ ਤਾਸ हे ਸੰਗੀ हे ਨਿਰੰਕਾਰ हे ਨਿਰਗੁਣ ਸਭ ਟੇਕ हे ਗੋਬਿੰਦ हे ਗੁਣ ਨਿਧਾਨ ਜਾ ਕੈ ਸਦਾ ਬੇਕ हे अपरंपर हर हरे है पी होवन ਹਾਰ हे संत है कै सदा संग नेदारा ਆਧਾਰ हे ठाकुर हूँ दास रो मैं निर्गुण गुण नहीं ਕੋਏ नानक दीजै नाम दान राखो हियै ਪਰੋਏ आए प्रभ शरणागति कृपा निध ਦਇਆਲ एक अखर हर मन बस्त नानक होत ਨਿਹਾਲ वाहिगुरु नाम जहाज है चढ़े सो उतरे ਪਾਰ जो श्रद्धा कर सेम दे गुर पार उतारन ਹਾਰ कथा निता प्रत होत है सुनो सो सिंह ਸੋ ਜਾਨ नानक गुरु गोबिंद सिंह जी सदा करੈ ਕਲਿਆਣ नानक गुरु गोबिंद सिंह जी सदा करੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।